ਨਾਨਕੇ ਨਾਸਕ। ਸ੍ਰੀ ਹਰਿਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਚੌਪਈ। ਸੁਨਤ ਪ੍ਰਸੰਨ ਗੁਰੂ ਅਬਿਰਾਮ, ਧਰ ਦੀਵਾਨ ਗੋਏ ਤਿਸ ਨਾਮ। ਪੁਨ ਸੰਗਤ ਪਰ ਦ੍ਰਿਸ਼ਟ ਚਲਾਈ, ਅਰਨ ਬਰਨ ਇੱਕ ਸਮ ਸਮੁਦਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨਾਂ ਦੇ ਵਿੱਚ ਬਚਨ ਸਰਵਣ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤ ਨੂੰ ਬੁਲਾ ਕੇ ਹੋਲੀ ਦਾ ਜਿਹੜਾ ਤਿਉਹਾਰ ਹੈ ਉਸ ਨੂੰ ਖੇਡਣ ਵਾਸਤੇ ਬੇਅੰਤ ਸੰਗਤਾਂ ਨੂੰ ਬੁਲਾਇਆ। ਮਹਾਰਾਜ ਆਪ ਵੀ ਹੋਲੀ ਖੇਡਦੇ, ਸਿੱਖਾਂ ਨੂੰ ਵੀ ਹੋਲੀ ਖੇਡਣ ਦਾ ਹੁਕਮ ਦੇ ਕੇ ਮਹਾਰਾਜ ਨੇ ਇਸ ਤਿਉਹਾਰ ਨੂੰ ਮਨਾਇਆ। ਕਈ ਵਾਰੀ ਕਿਸੇ ਪਰੰਪਰਾ ਨੂੰ ਬੰਦ ਕਰਨ ਲੱਗਿਆਂ ਜਿਹੜੀਆਂ ਚੰਗੀਆਂ ਪਰੰਪਰਾਵਾਂ ਨੇ ਉਹ ਵੀ ਨਾਲ ਬੰਦ ਹੋ ਜਾਂਦੀਆਂ। ਇਸ ਦੀ ਵਿਚਾਰ ਵੀ ਆਪਾਂ ਸਰਵਣ ਕਰਾਂਗੇ। ਭਾਈ ਨੰਦ ਲਾਲ ਜੀਆਂ ਨੇ ਸਤਿਗੁਰਾਂ ਦੀ ਪ੍ਰਸੰਨਤਾ ਦੇ ਵਿੱਚ ਇੱਕ ਕਵਿਤਾ ਜਿਹੜੀ ਹੈ ਉਹ ਫਾਰਸੀ ਦੇ ਵਿੱਚ ਬਣਾਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਉਹ ਕਵਿਤਾ ਪੜ੍ਹ ਕੇ ਸੁਣਾਈ ਹੈ ਤੇ ਮਹਾਰਾਜ ਸਾਹਿਬ ਜੀ ਉਸ ਵੇਲੇ ਕਵਿਤਾ ਸੁਣ ਕੇ ਬੜੇ ਖੁਸ਼ ਹੋਏ। ਔਰ ਗੁਰਮੁਖੋ ਇਹ ਇਤਿਹਾਸ ਦੀ ਇੱਕ ਵੱਡੀ ਆਪਾਂ ਕਹਿ ਲਈਏ ਉਦਾਹਰਣ ਹੈ ਜਾਂ ਇੱਕ ਗਵਾਹੀ ਹੈ ਕਿ ਮਹਾਰਾਜ ਨੇ ਹੋਲੀ ਖੇਡੀ ਹੈ ਔਰ ਭਾਈ ਨੰਦ ਲਾਲ ਨੇ ਉਸ ਹੋਲੀ ਦੇ ਜ਼ਿਕਰ ਨੂੰ ਆਪਣੀ ਕਵਿਤਾ ਵਿੱਚ ਕੀਤਾ ਹੈ। ਅੱਜ ਵੀ ਤੁਸੀਂ ਭਾਈ ਨੰਦ ਲਾਲ ਜੀਆਂ ਦੀਆਂ ਗਜ਼ਲਾਂ ਪੜ੍ਹੋਗੇ, ਕਵਿਤਾਵਾਂ ਪੜ੍ਹੋਗੇ, ਉਹਦੇ ਵਿੱਚ ਜਿਵੇਂ ਹੋਲੀ ਮਹਾਰਾਜ ਨੇ ਖੇਡੀ ਹੈ ਉਹਦਾ ਜ਼ਿਕਰ ਉਹਨਾਂ ਨੇ ਕੀਤਾ ਹੈ। ਸੋ ਰੋ ਵਿਚਾਰ ਅੱਗੇ ਮਹਾਰਾਜ ਕੀ ਕੌਤਕ ਕਰਦੇ ਉਹ ਸਰਵਣ ਕਰਾਂਗੇ। ਆਓ ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੁਨਤ ਪ੍ਰਸੰਨ ਗੁਰੂ ਅਬਿਰਾਮ। ਜਦੋਂ ਭਾਈ ਨੰਦ ਲਾਲ ਨੇ ਕਵਿਤਾ ਸੁਣਾਈ ਨਾ ਮਹਾਰਾਜ ਜੀਆਂ ਨੂੰ ਹੋਲੀ ਦੇ ਤਿਉਹਾਰ ਦੇ ਉੱਪਰ ਫਾਰਸੀ ਦੇ ਵਿੱਚ, ਕਿਉਂਕਿ ਫਾਰਸੀ ਦੇ ਵਿਦਵਾਨ ਨੇ ਭਾਈ ਨੰਦ ਲਾਲ ਜੀ, ਤੇ ਸਤਿਗੁਰੂ ਸੁਣ ਕੇ ਬੜੇ ਖੁਸ਼ ਹੋਏ ਹਨ। ਧਰ ਦੀਵਾਨ ਗੋਇਆ ਤਿਸ ਨਾਮ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਇਹਦਾ ਨਾਮ ਰੱਖਿਆ ਦੀਵਾਨ ਭਾਈ ਨੰਦ ਲਾਲ ਜੀ ਗੋਇਆ। ਪਹਿਲਾ ਕੱਲਾ ਨਾਮ ਹੈ ਨੰਦ ਲਾਲ। ਸਤਿਗੁਰੂ ਇਹਦੀ ਕਵਿਤਾ ਸੁਣ ਕੇ ਖੁਸ਼ ਹੋਏ
ਤੇ ਕਵਿਤਾ ਤੋਂ ਖੁਸ਼ ਹੋ ਕੇ ਮਹਾਰਾਜ ਨੇ ਨਾਮ ਰੱਖਿਆ ਦੀਵਾਨ ਨੰਦ ਲਾਲ ਗੋਇਆ। ਇਹ ਮਹਾਰਾਜ ਨੇ ਆਪਣੇ ਮੁਖੋਂ ਇਹ ਨਾਮ ਬਖਸ਼ਿਆ। ਅੱਜ ਵੀ ਜਦੋਂ ਭਾਈ ਨੰਦ ਲਾਲ ਜੀ ਦਾ ਨਾਮ ਲਿਆ ਜਾਂਦਾ ਤੇ ਇਹ ਬਚਨ ਕਿਹਾ ਜਾਂਦਾ, ਦੀਵਾਨ ਭਾਈ ਨੰਦ ਲਾਲ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਦੀਵਾਨ ਨੇ ਭਾਈ ਮਤੀ ਦਾਸ, ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਭਾਈ ਨੰਦ ਲਾਲ ਨੂੰ ਦੀਵਾਨ ਦਾ ਖਿਤਾਬ ਬਖਸ਼ਿਆ। ਉਹਨਾਂ ਦੀ ਕਵਿਤਾ ਤੋਂ ਪ੍ਰਸੰਨ ਹੋ ਕੇ ਐਸੇ ਬਚਨ ਆਖੇ ਹਨ। ਉਨ ਸੰਗਤ ਪਰ ਦ੍ਰਿਸ਼ਟ ਚਲਾਈ। ਫਿਰ ਸਤਿਗੁਰਾਂ ਨੇ ਸਾਰੀ ਸੰਗਤ ਬੈਠੀ ਹੈ ਨਾ ਆ ਕੇ ਮਹਾਰਾਜ ਦੇ ਸਾਹਮਣੇ, ਪੰਡਾਲ ਭਰਿਆ ਹੋਇਆ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਿਆਂ ਵੱਲ ਵੇਖਿਆ ਹੈ। ਹਰਣ ਬਰਨ ਇੱਕ ਸਮ ਸਮੁਦਾਈ। ਗੁਰਮੁਖੋ ਸਾਰਿਆਂ ਦੇ ਮੂੰਹ ਇੱਕੋ ਵਰਗੇ ਹੀ ਦਿਸਦੇ ਪਏ, ਭਾਵੇਂ ਕੋਈ ਬੁੱਢਾ ਹੈ, ਕੋਈ ਬੱਚਾ ਹੈ, ਕੋਈ ਜਵਾਨ ਹੈ। ਸਾਰਿਆਂ ਦੇ ਚਿਹਰਿਆਂ ਦੇ ਉੱਪਰ ਰੰਗ ਹੈ, ਗੁਲਾਲ ਪਿਆ ਹੋਇਆ, ਤੇ ਸਾਰਿਆਂ ਦੇ ਚਿਹਰੇ ਔਰ ਕੱਪੜੇ ਜਿਹੜੇ ਪਾਏ ਹੋਏ ਰੰਗ ਪੈਣ ਕਰਕੇ ਸਾਰਿਆਂ ਦੇ ਇੱਕੋ ਜਿਹਾ ਦਿਖਾਈ ਦਿੰਦੇ ਹਨ। ਜਨ ਕਿੰਸਕ ਕੋ ਮਨ ਬਿਕਸੰਤ। ਮੰਨ ਲਓ ਕੇਸੂਆ ਦੇ ਫੁੱਲ ਖਿੜ ਗਏ ਹੁਣ। ਕੇਸੂਆ ਇੱਕ ਫੁੱਲ ਦਾ ਨਾਮ ਹੈ। ਜਿਵੇਂ ਕੇਸੂਆ ਦੇ ਮੰਨ ਲਓ ਵੀ ਫੁੱਲ ਹੀ ਖਿੜੇ ਹੋਣ, ਸਾਰੀ ਸੰਗਤ ਇੱਕੋ ਜੀ ਦਿਖਾਈ ਦਿੰਦੀ ਹੈ। ਇੱਕ ਸਮਨਸ ਪਾਏ ਬਸੰਤ। ਸੋ ਕਹਿਣ ਲੱਗੇ ਸੁਮਨ ਸੋ ਪਾਏ ਬਸੰਤ। ਸੁਮਨ ਨਾਮ ਫੁੱਲ ਦਾ ਹੈ। ਜਿਵੇਂ ਬਗੀਚੇ ਦੇ ਵਿੱਚ ਇੱਕੋ ਜਿਹੇ ਫੁੱਲ ਖਿੜੇ ਹੋਣ, ਉਹਨਾਂ ਦੇ ਰੰਗ ਇੱਕੋ ਜਿਹੇ ਹੋਣ, ਮਹਾਰਾਜ ਦੀ ਸੰਗਤ ਜਿਹੜੀ ਬੈਠੀ ਹੈ, ਸਾਰਿਆਂ ਦੇ ਰੂਪ, ਸਾਰਿਆਂ ਦੇ ਚਿਹਰੇ, ਸਾਰਿਆਂ ਦੇ ਰੰਗ ਇੱਕੋ ਜਿਹੇ ਅੱਜ ਹੋਲੀ ਖੇਡਣ ਕਰਕੇ ਦਿਖਾਈ ਦਿੰਦੇ ਹਨ। ਸੁੰਦਰ ਸ਼ੋਭਾ ਰਹੀ ਪ੍ਰਕਾਸ਼। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸਿੱਖਾਂ ਦੀ ਸ਼ੋਭਾ ਜਿਹੜੀ ਹੈ ਨਾ, ਬਹੁਤ ਅੱਜ ਸੋਹਣੀ ਹੋ ਰਹੀ ਹੈ। ਵਿਕਸਤ ਸਤਿਗੁਰ ਹੀਰ ਵਿਲਾਸ। ਤੇ ਸਤਿਗੁਰੂ ਪਾਤਸ਼ਾਹ ਇਹ ਕੌਤਕ ਕਰਕੇ ਬੜੇ ਖੁਸ਼ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੱਸਦੇ ਪਏ, ਕਹਿਣ ਲੱਗੇ ਵਾਹ ਸੰਗਤ ਜੀ, ਆਪ ਜੀਆਂ ਨੇ ਬੜੀ ਸੋਹਣੀ ਹੋਲੀ ਖੇਡੀ ਹੈ, ਸਾਰੇ ਇੱਕੋ ਜਿਹੇ ਹੀ ਲੱਗਦੇ ਪਏ ਹੋ। ਮਹਾਰਾਜ ਹੱਸ ਕੇ ਇਹ ਬਚਨ ਕਰਦੇ ਹਨ। ਹਟਪੁਰ ਆਏ ਸਭਾ ਸਭ ਥਿਰੀ। ਗੁਰਮੁਖੋ ਸਤਿਗੁਰੂ ਹਟ ਕੇ ਨਾ ਹੋਲੀ ਖੇਡ ਕੇ ਸਾਰਾ ਕੁਝ ਆਨੰਦ ਮੰਗਲ ਕਰਕੇ ਮੈਦਾਨ ਦੇ ਵਿੱਚ, ਤੇ ਫਿਰ ਮਹਾਰਾਜ ਵਾਪਸ ਆਪਣੇ ਦੀਵਾਨ ਦੇ ਵਿੱਚ ਪਹੁੰਚੇ ਹਨ। ਸਤਿਗੁਰ ਦ੍ਰਿਸ਼ਟ ਸਕਲ ਪਰ ਕਰੀ। ਸਤਿਗੁਰਾਂ ਨੇ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਗੁਰਮੁਖੋ ਜਿਸ ਵੇਲੇ ਗੁਰੂ ਘਰਾਂ ਦੇ ਉੱਪਰ ਮਸੰਦਾਂ ਦਾ ਕਬਜ਼ਾ ਸੀ ਨਾ, ਨਰੈਣੂ ਮਹੰਤ, ਜਿਹਨੂੰ ਭਾਈ ਲਛਮਣ ਦਾਸ ਜੀਆਂ ਦੀ ਸ਼ਹੀਦੀ ਜਦੋਂ ਹੋਈ ਹੈ, ਨਰੈਣੂ ਮਹੰਤ ਮਰਿਆ। ਨਰੈਣੂ ਮਹੰਤ ਵਰਗੇ ਕਈ ਮਹੰਤ ਸਨ ਮਸੰਦ, ਜਿਹੜੇ ਕੁਝ 1900 ਜਾਂ 18ਵੀਂ ਸਦੀ ਤੋਂ ਬਾਅਦ ਵਿੱਚ ਗੁਰੂ ਘਰਾਂ ਦੇ ਉੱਪਰ ਕਾਬਜ ਹੋਏ। ਇਹਨਾਂ ਮਸੰਦਾਂ ਨੇ, ਮਹੰਤਾਂ ਨੇ ਗੁਰੂ ਘਰਾਂ ਵਿੱਚ ਰਹਿ ਕੇ ਸ਼ਰਾਬਾਂ ਪੀਤੀਆਂ, ਕੁਕਰਮ ਕੀਤੇ, ਗੁਰੂ ਘਰਾਂ ਦੇ ਵਿੱਚ ਮੂਰਤੀਆਂ ਫਿੱਟ ਕਰ ਦਿੱਤੀਆਂ। ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਦੇ ਵਿੱਚ ਵੀ ਮੂਰਤੀਆਂ ਲਿਆ ਕੇ ਇਹਨਾਂ ਨੇ ਰੱਖ ਦਿੱਤੀਆਂ ਅਤੇ ਕੁਕਰਮੀ ਹੋ ਗਏ। ਗੁਰੂ ਦੀ ਹਜ਼ੂਰੀ ਵਿੱਚ ਆ ਕੇ ਸ਼ਰਾਬ ਦਾ ਸੇਵਨ, ਮਾਸ ਦਾ ਸੇਵਨ ਕਰਦੇ, ਸੰਗਤ ਨੂੰ ਬੁਰਾ ਭਲਾ ਬੋਲਦੇ ਅਤੇ ਕਈਆਂ ਪਰਿਵਾਰਾਂ ਦੀ ਇੱਜ਼ਤ ਨੂੰ ਹੱਥ ਪਾਉਂਦੇ। ਭਾਈ ਲਛਮਣ ਦਾਸ ਜਦੋਂ ਪਹੁੰਚਿਆ ਤੇ ਇਹ ਮਸੰਦ ਇੰਨੇ ਹੰਕਾਰੇ ਸਨ ਕਿ ਭਾਈ ਲਛਮਣ ਦਾਸ ਨੂੰ ਰੁੱਖ ਦੇ ਨਾਲ ਬੰਨ੍ਹ ਕੇ ਤੇ ਜਿਉਂਦੇ ਨੂੰ ਇਹਨਾਂ ਨੇ ਅੱਗ ਲਾ ਦਿੱਤੀ। ਉਹ ਵਿਦਰੋਹ ਇੰਨਾ ਫੈਲਿਆ ਸੰਗਤ ਦੇ ਵਿੱਚ, ਸੰਗਤਾਂ ਇਕੱਠੀਆਂ ਹੋ ਕੇ ਤੇ ਫਿਰ ਥਾਵਾਂ ਥਾਵਾਂ ਤੇ ਇਹਨਾਂ ਮਸੰਦਾਂ ਨੂੰ ਸਜ਼ਾ ਦੇ ਕੇ ਮਹੰਤਾਂ ਨੂੰ ਗੁਰਦੁਆਰਿਆਂ ਚੋਂ ਬਾਹਰ ਕੱਢਿਆ। ਬਣਦੀ ਸਜ਼ਾ ਦਿੱਤੀ ਗਈ ਔਰ ਪ੍ਰਬੰਧ ਜਿਹੜਾ ਸੀ ਸੰਗਤਾਂ ਨੇ ਆਪਣੇ ਹੱਥ ਵਿੱਚ ਲੈ ਲਿਆ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਦੇ ਵਿੱਚੋਂ ਮੂਰਤੀਆਂ ਚੁਕਾਈਆਂ ਗਈਆਂ, ਕਈ ਚੰਗੇ ਕੰਮ ਕੀਤੇ, ਪਰ ਗੁਰਮੁਖੋ ਉਹਨਾਂ ਕਈ ਚੰਗੇ ਕੰਮਾਂ ਦੇ ਨਾਲ ਨਾਲ ਜਿਹੜੀਆਂ ਕੁਝ ਰੀਤੀਆਂ ਗੁਰੂ ਘਰ ਵਿੱਚ ਹੋਰ ਚੱਲੀਆਂ ਆਉਂਦੀਆਂ ਸਨ, ਉਹ ਵੀ ਬੰਦ ਕਰਵਾ ਦਿੱਤੀਆਂ। ਜਦੋਂ ਮਾੜੇ ਕੰਮਾਂ ਦਾ ਬਹੁਤਾ ਬੋਲਬਾਲਾ ਹੋ ਜਾਵੇ ਨਾ, ਤਾਂ ਮਾੜਿਆਂ ਕੰਮਾਂ ਨੂੰ ਬੰਦ ਕਰਾਉਣ ਵਾਸਤੇ ਫਿਰ ਉਸ ਵੇਲੇ ਪੂਰੀ ਸਖਤਾਈ ਵਰਤਣੀ ਪੈਂਦੀ ਹੈ। ਜਦੋਂ ਪੂਰੀ ਸਖਤਾਈ ਵਰਤੇਗੀ ਨਵੀਨ ਅਕਾਲੀਆਂ ਦੇ ਵੱਲੋਂ, ਉਦੋਂ ਅਕਾਲੀਆਂ ਦੀ ਲਹਿਰ ਚੱਲੀ ਨਾ, ਤੇ ਅਕਾਲੀਆਂ ਨੇ ਇਕੱਠੇ ਹੋ ਕੇ ਮਹੰਤਾਂ ਨੂੰ ਭਜਾਇਆ, ਤੇ ਫਿਰ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਤੇ ਗੁਰਦੁਆਰਿਆਂ ਦਾ ਪ੍ਰਬੰਧ ਸੰਗਤ ਦੇ ਹੱਥਾਂ ਵਿੱਚ ਆਇਆ। ਉਦੋਂ ਫਿਰ ਇਹਨਾਂ ਨਵੀਨ ਅਕਾਲੀਆਂ ਨੇ
ਕਹਿਣ ਲੱਗੇ ਵੀ ਸ੍ਰੀ ਹਰਿਮੰਦਰ ਸਾਹਿਬ ਦੀਆਂ ਕੁਰੀਤੀਆਂ ਜਾਂ ਹੋਰਾਂ ਥਾਵਾਂ ਦੀਆਂ ਕੁਰੀਤੀਆਂ ਦੂਰ ਕੀਤੀਆਂ, ਉਹਦੇ ਨਾਲ ਗੁਰਮੁਖੋ ਕੁਝ ਪੰਥ ਦੇ ਸ਼ੁਭ ਕੰਮ ਜਿਹੜੇ ਸਨ ਉਹ ਵੀ ਬੰਦ ਕਰਵਾ ਦਿੱਤੇ। ਜਿਵੇਂ ਕਿ ਹੋਲੀ ਖੇਡਣੀ, ਹੋਲਾ ਖੇਡਣਾ, ਇਹ ਸਾਰੀਆਂ ਰੀਤਾਂ ਬੰਦ ਕਰਵਾ ਦਿੱਤੀਆਂ। ਸਮਾਂ ਪੈਣ ਤੇ ਮਹੱਲੇ ਜਿਹੜੇ ਸਨ ਇਹ ਦੁਬਾਰਾ ਫਿਰ ਚਾਲੂ ਹੋ ਗਏ। ਗੁਰਦੁਆਰਾ ਸ੍ਰੀ ਸਿੰਘ ਸਭਾ ਲਹਿਰ ਚੱਲੀ ਇੱਕ ਪਹਿਲੇ ਸਮੇਂ ਦੇ ਵਿੱਚ, ਉਸ ਲਹਿਰ ਨੇ ਜ਼ੋਰ ਪਾ ਕੇ ਮਹੱਲਾ ਸ਼ੁਰੂ ਕਰਵਾ ਦਿੱਤਾ। ਜਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਮਹੱਲਾ ਖੇਡਿਆ ਜਾਂਦਾ, ਇਹ ਮਹੱਲੇ ਦੀ ਰੀਤੀ ਤੇ ਸ਼ੁਰੂ ਹੋ ਗਈ। ਪਹਿਲਾਂ ਇਹ ਵੀ ਬੰਦ ਕਰਵਾ ਦਿੱਤੀ ਸੀ ਵੀ ਇਹ ਕੁਝ ਨਹੀਂ ਹੋਣਾ ਚਾਹੀਦਾ। ਪਰ ਹੋਲੀ ਵਰਗਾ ਜਿਹੜਾ ਤਿਉਹਾਰ ਹੈ ਉਹ ਅੱਜ ਵੀ ਸੰਗਤਾਂ ਸਿੱਖਾਂ ਵਿੱਚ ਬੰਦੀ ਹੈ, ਤਕਰੀਬਨ ਨਫ਼ਰਤ ਦੇ ਨਾਲ ਹੀ ਵੇਖਿਆ ਜਾਂਦਾ। ਸਤਿਗੁਰਾਂ ਨੇ ਹੋਲੀ ਖੇਡਣੀ ਬੰਦ ਨਹੀਂ ਸੀ ਕਰਵਾਈ, ਹੋਲੀ ਦੇ ਵਿੱਚ ਕੁਝ ਮਾੜੀਆਂ ਜਿਹੜੀਆਂ ਰੀਤੀਆਂ ਸਨ ਉਹ ਬੰਦ ਕਰਵਾਈਆਂ। ਜਿਵੇਂ ਹੋਲੀ ਖੇਡਦਿਆਂ ਰੰਗ ਪਾਉਣਾ, ਨਾਲ ਗਾਲਾਂ ਦੇਣੀਆਂ, ਨਾਲ ਮਾੜਾ ਚੰਗਾ ਬੋਲਣਾ, ਕਿਸੇ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਨਾ, ਨਸ਼ਾ ਕਰਕੇ ਮੰਦ ਚੰਗ ਬੋਲਣਾ, ਇਹ ਕੁਰੀਤੀਆਂ ਮਹਾਰਾਜ ਨੇ ਬੰਦ ਕਰਵਾਈਆਂ। ਵੀ ਭਾਈ ਹੋਲੀ ਖੇਡਣੀ ਹੈ ਤੇ ਸਹਿਮਤੀ ਦੇ ਨਾਲ, ਜੇ ਅਗਲਾ ਤੇਰੇ ਨਾਲ ਸਹਿਮਤ ਹੈ ਤੇ ਫਿਰ ਉਹਦੇ ਨਾਲ ਹੋਲੀ ਖੇਡਣੀ ਹੈ। ਮਾੜਾ ਚੰਗਾ ਬਚਨ ਨਹੀਂ ਬੋਲਣਾ, ਗਾਲ ਨਹੀਂ ਕਿਸੇ ਨੂੰ ਦੇਣੀ ਹੈ, ਨਸ਼ਾ ਕੋਈ ਨਹੀਂ ਕਰਨਾ ਹੈ। ਔਰ ਮਾੜੇ ਕਰਮਾਂ ਤੋਂ ਮਹਾਰਾਜ ਨੇ ਦੂਰ ਕੀਤਾ ਵੀ ਮਾੜਾ ਕਰਮ ਜਿਹੜਾ ਹੈ, ਕੁਰੀਤੀ ਹੈ, ਇਹਨੂੰ ਦੂਰ ਰੱਖਣਾ ਹੈ, ਕੁਰੀਤੀ ਨਹੀਂ ਕਰਨੀ ਹੈ। ਸੋ ਇਸ ਤਰ੍ਹਾਂ ਇਹ ਜਿਹੜਾ ਵਹਿਛੀਪੁਣਾ, ਮੰਦਪੁਣਾ ਸੀ, ਮਾੜੇ ਵਰਤਾਰੇ, ਇਹ ਮਹਾਰਾਜ ਨੇ ਬੰਦ ਕਰਵਾਏ। ਔਰ ਚੜ੍ਹਦੀ ਕਲਾ ਵਿੱਚ ਹੋਲੀ ਖੇਡਣ ਦਾ ਮਹਾਰਾਜ ਜੀਆਂ ਨੇ ਉਤਸ਼ਾਹ ਬਖਸ਼ਿਸ਼ ਕੀਤਾ। ਪਰ ਜਿਵੇਂ ਆਪਾਂ ਹੁਣੇ ਬਚਨ ਸਰਵਣ ਕੀਤੇ ਗੁਰਮੁਖੋ, ਜਦੋਂ ਮਾੜੀਆਂ ਰੀਤੀਆਂ ਬਹੁਤੀਆਂ ਹੋ ਜਾਣ ਨਾ, ਕੁਰੀਤੀਆਂ, ਤੇ ਉਹਨਾਂ ਕੁਰੀਤੀਆਂ ਨੂੰ ਬੰਦ ਕਰਨ ਵਾਸਤੇ ਸਖਤਾਈ ਵਰਤਣੀ ਪੈਂਦੀ ਹੈ। ਤੇ ਉਹਦੇ ਨਾਲ ਫਿਰ ਕੁਝ ਚੰਗੀਆਂ ਰੀਤੀਆਂ ਵੀ ਬੰਦ ਹੋ ਗਈਆਂ, ਐਸੀਆਂ ਬੰਦ ਹੋਈਆਂ ਕਿ ਦੁਬਾਰਾ ਤੋਂ ਸ਼ੁਰੂ ਹੀ ਨਹੀਂ ਹੋਈਆਂ। ਮਹੱਲਾ ਜਿਹੜਾ ਸੀ ਇਹ ਤੇ ਸਿੰਘ ਸਭਾ ਲਹਿਰ ਨੇ ਜ਼ੋਰ ਪਾ ਕੇ ਸੋ ਸ਼ੁਰੂ ਕਰਵਾ ਲਿਆ, ਪਰ ਹੋਲੀ ਦੇ ਨਾਲ ਅਜੇ ਵੀ ਸਿੱਖਾਂ ਦਾ ਫਰਕ ਹੀ ਚੱਲਿਆ ਆਉਂਦਾ ਹੈ। ਰੋ ਵਿਚਾਰ ਮਹਾਰਾਜ ਦੇ ਦਰਬਾਰ ਵਿੱਚ ਹੋਲੀ ਖੇਡੀ ਗਈ ਹੈ, ਸੰਗਤਾਂ ਦੇ ਉੱਪਰ ਰੰਗ ਪਾਇਆ ਗਿਆ ਹੈ, ਸਾਰਿਆਂ ਦੇ ਚਿਹਰੇ ਇੱਕੋ ਜਿਹਾ ਦਿਖਾਈ ਦਿੰਦੇ। ਮਹਾਰਾਜ ਵੇਖ ਕੇ ਬੜੇ ਖੁਸ਼ ਹੋਏ, ਹੱਸ ਪਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਭਾਈ ਅੱਜ ਤੇ ਸਾਰੇ ਇੱਕੋ ਜਿਹੇ ਹੀ ਦਿਸਦੇ ਨੇ, ਚਿਹਰਿਆਂ ਦੇ ਰੰਗ, ਕੱਪੜਿਆਂ ਦੇ ਰੰਗ ਸਾਰੇ ਇੱਕੋ ਜਿਹੇ। ਐਸੀ ਖੇਡ ਨੂੰ ਵੇਖ ਕੇ, ਐਸਾ ਲਿਬਾਸ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ ਹਨ। ਇਤਨੇ ਮੈਂ ਸੁਥਰਾ ਚਲਿਆ ਆਇਓ। ਇੰਨੇ ਚਿਰ ਨੂੰ ਭਾਈ ਸੁਥਰਾ, 10ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਰਹਿਣ ਵਾਲਾ ਇੱਕ ਸਿੱਖ ਹੈ, ਇਹ ਚੱਲ ਕੇ ਆਇਆ। ਗੁਰਮੁਖੋ ਭਾਈ ਸੁਥਰਾ ਗੁਰੂ ਹਰਗੋਬਿੰਦ ਮਹਾਰਾਜ ਦੇ ਸਮੇਂ ਗੁਰੂ ਘਰ ਵਿੱਚ ਆਇਆ ਸੀ। ਜਦੋਂ ਭਾਈ ਸੁਥਰੇ ਦੀ ਮਾਂ ਨੇ ਇਹਨੂੰ ਜਨਮ ਦਿੱਤਾ ਨਾ, ਤੇ ਇਹਦਾ ਸਰੀਰ ਬੜਾ ਟੇਢਾ ਮੇਢਾ ਜਿਹਾ, ਨੈਣ ਨਕਸ਼ ਵੀ ਬਹੁਤੇ ਚੰਗੇ ਨਹੀਂ, ਤੇ ਰੰਗ ਵੀ ਕਾਲਾ ਜਿਹਾ ਹੀ ਹੈ, ਭੈੜਾ ਜਿਹਾ ਹੀ ਹੈ। ਇਹਨੂੰ ਗੰਦਾ ਮਾੜਾ ਸਰੀਰ ਜਾਣ ਕੇ, ਭੈੜਾ ਜਾਣ ਕੇ ਵੀ ਇਹ ਕਿਹੋ ਜਿਹਾ ਬੱਚਾ ਹੈ, ਇਹਨੂੰ ਬਾਹਰ ਝਾੜੀਆਂ ਵਿੱਚ ਛੱਡ ਕੇ ਤੇ ਆਪ ਉਹ ਚਲੇ ਗਏ। ਉਥੇ ਕੁੱਤੀ ਦੇ ਬੱਚੇ ਸੂਏ ਹੋਏ ਸਨ, ਤੇ ਕੁੱਤੀ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੀ, ਨਾਲ ਇਹਨੂੰ ਵੀ ਪਿਲਾ ਦਿੰਦੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਘੋੜੇ ਤੇ ਚੜ੍ਹੇ ਹੋਏ, ਤੇ ਨਾਲ ਕੁਝ ਸਿੱਖ ਨੇ। ਜਦੋਂ ਮਹਾਰਾਜ ਉਥੋਂ ਲੰਘੇ ਨਾ, ਤੇ ਬੱਚੇ ਦੇ ਰੋਣ ਦੀ ਆਵਾਜ਼ ਮਹਾਰਾਜ ਦੇ ਕੰਨਾਂ ਵਿੱਚ ਪਈ, ਤੇ ਸਤਿਗੁਰੂ ਕਹਿਣ ਲੱਗੇ, ਭਾਈ ਵਿਧੀ ਚੰਦ, ਇੱਥੇ ਕਿਸੇ ਮਾਨਸ ਦੇ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ, ਵੇਖੋ ਕੌਣ ਹੈ। ਤੇ ਭਾਈ ਵਿਧੀ ਚੰਦ ਘੋੜੇ ਤੋਂ ਉਤਰੇ, ਉਹਨਾਂ ਅੱਗੇ ਜਾ ਕੇ ਵੇਖਿਆ ਵੀ ਇੱਕ ਛੋਟਾ ਜਿਹਾ ਬੱਚਾ ਰੋਂਦਾ ਪਿਆ ਹੈ। ਤੇ ਉਸ ਵੇਲੇ ਭਾਈ ਵਿਧੀ ਚੰਦ ਨੇ ਬੇਨਤੀ ਕੀਤੀ, ਮਹਾਰਾਜ ਇਹ ਕੋਈ ਕੋਥਰਾ ਜਿਹਾ ਬੱਚਾ ਹੈ, ਜਿਹਦੇ ਕੋਈ ਨੈਣ ਨਕਸ਼ ਵੀ ਬੜੇ ਚੰਗੇ ਨਹੀਂ, ਕੋਈ ਰੰਗ ਵੀ ਚੰਗਾ ਨਹੀਂ, ਬੇਢੰਗਾ ਜਿਹਾ ਹੈ, ਬਹੁਤਾ ਸੋਹਣਾ ਨਹੀਂ ਹੈ, ਕਰੂਪ ਹੀ ਹੈ। ਇਸ ਤਰ੍ਹਾਂ ਵੇਖ ਕੇ ਬਚਨ ਕੀਤਾ, ਮਹਾਰਾਜ ਇਹ ਕੋਈ ਕੋਥਰਾ ਜਿਹਾ ਬੱਚਾ ਪਿਆ ਹੋਇਆ। ਸਤਿਗੁਰੂ ਕਹਿਣ ਲੱਗੇ, ਚੁੱਕ ਕੇ ਲਿਆਓ। ਲਿਆਂਦਾ ਗਿਆ। ਮਹਾਰਾਜ ਨੇ ਤੱਕਿਆ ਉਹਦੇ ਵੱਲ, ਕਹਿਣ ਲੱਗੇ, ਕੋਥਰਾ ਨਹੀਂ ਇਹ ਤੇ ਸੁਥਰਾ ਹੋਵੇਗਾ। ਇਹ ਬਚਨ ਮਹਾਰਾਜ ਦੇ ਮੁਖੋਂ ਨਿਕਲਿਆ। ਉਹਦਾ ਨਾਮ ਹੀ ਭਾਈ ਸੁਥਰੇ ਸ਼ਾਹ ਪੈ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਰਹਿ ਕੇ ਪਲਿਆ। ਗੁਰੂ ਹਰ ਰਾਏ ਪਾਤਸ਼ਾਹ, ਗੁਰੂ ਹਰਕ੍ਰਿਸ਼ਨ ਮਹਾਰਾਜ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਇਸ ਭਾਈ ਸੁਥਰੇ ਨੇ ਸੇਵਾ ਕੀਤੀ, ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕਰਦਾ।
ਇਹਦੀਆਂ ਹਾਸੇ ਵਾਲੀਆਂ ਵੀ ਕਈ ਸਾਖੀਆਂ ਨੇ, ਆਪਾਂ ਸੁਣ ਕੇ ਹੱਸ ਪੈਂਦੇ, ਪਰ ਉਹਦੇ ਵਿੱਚ ਸਿਧਾਂਤ ਬੜਾ ਵੱਡਾ ਵੱਡਾ ਰੱਖਿਆ ਇਸ ਭਾਈ ਸੁਥਰੇ ਨੇ। ਸੋ ਉਹ ਆਪਾਂ ਅੱਗੇ ਜਾ ਕੇ ਕਿਤੇ ਸਮਾਂ ਆਵੇਗਾ ਤੇ ਸਰਵਣ ਕਰਾਂਗੇ। ਇਹ ਭਾਈ ਸੁਥਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਰਹਿੰਦਾ ਇਸ ਵੇਲੇ। ਜਦੋਂ ਭਾਈ ਸੁਥਰੇ ਨੇ ਵੇਖਿਆ ਨਾ ਵੀ ਸੰਗਤ ਅੱਜ ਬੜੀ ਸੋਹਣੀ ਲੱਗਦੀ ਪਈ ਹੈ, ਉਸ ਵੇਲੇ ਭਾਈ ਸੁਥਰਾ ਮਹਾਰਾਜ ਦੇ ਦਰਬਾਰ ਵਿੱਚ ਆਇਆ ਹੈ। ਨਖ ਸਿੱਖ ਕਾਰਸ ਦੇਹ ਲਗਾਇਓ। ਗੁਰਮੁਖੋ ਪੈਰਾਂ ਦੇ ਨੌਹਾਂ ਤੋਂ ਲੈ ਕੇ ਸਿਰ ਤੱਕ ਇਹਨੇ ਸਾਰੇ ਸਰੀਰ ਤੇ ਕਾਲਖ ਮਲੀ ਹੋਈ ਹੈ। ਤਵੇ ਦੀ ਕਾਲਖ ਲੈ ਕੇ ਨਾ ਸਾਰੇ ਸਰੀਰ ਤੇ, ਮੂੰਹ ਤੇ ਵੀ ਮਲੀ ਹੋਈ ਹੈ, ਪਿੰਡੇ ਤੇ ਵੀ ਮਲੀ ਹੋਈ। ਰੰਗ ਤੇ ਵਿਚਾਰੇ ਦਾ ਪਹਿਲਾਂ ਹੀ ਕਾਲਾ, ਹੋਰ ਤੋਂ ਕਾਲਾ ਰੰਗ ਕਰਕੇ ਹੋਰ ਜ਼ਿਆਦਾ ਕਾਲਾ ਬਣ ਗਿਆ। ਸਾਰੇ ਸਰੀਰ ਦੇ ਉੱਪਰ ਕਾਲਖ ਮਲ ਕੇ ਕਾਲਾ ਬਣ ਕੇ ਆ ਗਿਆ ਹੈ। ਹੋਤ ਦੇਗ ਤੈ ਕਾਰਸ ਲਈ। ਕਹਿਣ ਲੱਗੇ ਜਿੱਥੇ ਗੁਰੂ ਕਾ ਲੰਗਰ ਪ੍ਰਸ਼ਾਦਾ ਬਣਦਾ ਨਾ, ਉਹਨਾਂ ਭਾਂਡਿਆਂ ਦੇ ਨਾਲ ਹੱਥ ਮਲ ਮਲ ਕੇ, ਉਹਨਾਂ ਭਾਂਡਿਆਂ ਦੀ ਕਾਲਖ ਲਾ ਲਾ ਕੇ ਆਪਣੇ ਮੂੰਹ ਤੇ ਮਲ ਲਈ, ਆਪਣੇ ਢਿੱਡ ਤੇ, ਬਾਹਾਂ ਤੇ, ਲੱਤਾਂ ਤੇ, ਪੈਰਾਂ ਤੇ। ਭਾਈ ਸੁਥਰੇ ਨੇ ਉਹ ਸਾਰੀ ਕਾਲਖ ਆਪਣੇ ਸਰੀਰ ਤੇ ਮਲੀ ਹੈ। ਇੱਕ ਸਮਕਾਰੀ ਕਾਇਆ ਕਈ। ਹੁਣ ਗੁਰਮੁਖੋ ਸਾਰਾ ਸਰੀਰ ਕਾਲਾ ਹੀ ਹੈ, ਪੈਰਾਂ ਤੋਂ ਲੈ ਕੇ ਸਿਰ ਤੱਕ ਸਰੀਰ ਦਾ ਕੋਈ ਵੀ ਇਹੋ ਜਿਹਾ ਹਿੱਸਾ ਨਹੀਂ ਜਿਹੜਾ ਕੋਈ ਥੋੜਾ ਬਹੁਤਾ ਕਾਲਖ ਤੋਂ ਬਚਿਆ ਹੋਵੇ। ਸਾਰੇ ਸਰੀਰ ਨੂੰ ਕਾਲੇ ਲਿਫਾਫੇ ਦੇ ਵਾਂਗ ਇਹਨੇ ਕਾਲਾ ਹੀ ਕਰ ਲਿਆ, ਬਿਲਕੁਲ ਸਾਰਾ ਸਰੀਰ, ਕੋਈ ਅੰਗ ਪਾਟ ਇਹਦਾ ਬਚਿਆ ਹੀ ਨਹੀਂ ਜਿੱਥੇ ਕਾਲਖ ਨਾ ਲੱਗੀ ਹੋਵੇ। ਬਹੁਤ ਸੁਰਮਾ ਮੁਖ ਸਿਰ ਪਰ ਲਾਇਓ। ਅਤੇ ਗੁਰਮੁਖੋ ਫਿਰ ਵੇਖਿਆ ਵੀ ਮੇਰੀਆਂ ਅੱਖਾਂ ਕੁਝ ਚਿੱਟੀਆਂ ਨੇ, ਬਾਕੀ ਤੇ ਸਰੀਰ ਕਾਲਾ ਕਰ ਲਿਆ। ਹੁਣ ਕਾਲਖ ਜਿਹੜੀ ਅੱਖਾਂ ਵਿੱਚ ਨਹੀਂ ਪਾਈ ਜਾ ਸਕਦੀ, ਉਹਨੇ ਸੁਰਮਾ ਲੈ ਕੇ ਨਾ ਕਾਫੀ ਸਾਰਾ ਮੋਟੀਆਂ ਮੋਟੀਆਂ ਸਲਾਈਆਂ ਭਰ ਕੇ ਸੁਰਮੇ ਦੀਆਂ ਅੱਖਾਂ ਵਿੱਚ ਵੀ ਪਾ ਲਈਆਂ, ਅੱਖਾਂ ਵੀ ਕਾਲੀਆਂ ਕਰ ਲਈਆਂ। ਜੇ ਸਾਰਾ ਸਰੀਰ ਕਾਲਾ ਤੇ ਅੱਖਾਂ ਕਿਉਂ ਚਿੱਟੀਆਂ ਰਹਿਣ, ਇਹ ਵੀ ਕਾਲੀਆਂ ਹੋਣੀਆਂ ਚਾਹੀਦੀਆਂ। ਕੁਝ ਸੁਰਮਾ ਅੱਖਾਂ ਦੇ ਵਿੱਚ ਪਾਇਆ ਤੇ ਕੁਝ ਸੁਰਮਾ ਹੱਥਾਂ ਦੇ ਨਾਲ ਮਲ ਕੇ ਤੇ ਮੂੰਹ ਤੇ ਲਾ ਲਿਆ, ਵੀ ਸਾਰਾ ਇੱਕੋ ਜਿਹਾ ਹੀ ਲੱਗਾ, ਕਾਲਾ ਹੀ ਲੱਗਾ, ਕੋਈ ਰਹਿ ਨਾ ਜਾਵੇ ਸਰੀਰ ਦਾ ਅੰਗ। ਇਸ ਤਰ੍ਹਾਂ ਦਾ ਬਣਿਆ ਹੈ। ਆਏ ਭਿਆਨਕ ਭੇਖ ਦਿਖਾਇਓ। ਕਹਿਣ ਲੱਗੇ ਵੀ ਸਰੀਰ ਇੰਨਾ ਡਰਾਉਣਾ ਬਣ ਗਿਆ। ਇੱਕ ਤੇ ਇਹਦੇ ਕੋਈ ਨੈਣ ਨਕਸ਼ ਬਹੁਤੇ ਚੰਗੇ ਨਹੀਂ ਸਨ, ਨੈਣ ਨਕਸ਼ ਬੇਢੰਗੇ ਜਿਹੇ ਸਨ। ਰੰਗ ਇਹਦਾ ਪਹਿਲਾਂ ਹੀ ਕਾਲਾ, ਉੱਪਰੋਂ ਕਾਲਖ ਹੋਰ ਲਾ ਲਈ। ਇੰਨਾ ਭਿਆਨਕ ਬਣ ਗਿਆ ਵੀ ਵੇਖ ਕੇ ਡਰ ਆਉਂਦਾ ਭਾਈ ਸੁਥਰੇ ਦੇ ਵੱਲ। ਭਾਈ ਸੁਥਰਾ ਜੀ ਇਹੋ ਜਿਹਾ ਆਪਣਾ ਕਾਲਾ ਰੰਗ ਬਣਾ ਕੇ, ਕਾਲੇ ਹੋ ਕੇ ਉੱਥੇ ਆ ਗਿਆ ਜਿੱਥੇ ਮਹਾਰਾਜ ਬੈਠੇ ਹਨ। ਸ਼੍ਰੀ ਸਤਿਗੁਰ ਸਭ ਸੰਗਤ ਹੇਰ। ਸਤਿਗੁਰਾਂ ਦੀ ਸੰਗਤ ਬੈਠੀ ਦਰਬਾਰ ਦੇ ਵਿੱਚ, ਵੱਡਾ ਪੰਡਾਲ ਸਜਿਆ ਹੋਇਆ ਤੇ ਸੰਗਤ ਬੈਠੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਗਤ ਦੇ ਵਿੱਚ ਬਿਰਾਜੇ ਹੋਏ। ਭਾਈ ਸੁਥਰੇ ਨੇ ਵੇਖਿਆ ਵੀ ਆਹ ਸੰਗਤਾਂ ਬੜੀਆਂ ਬੈਠੀਆਂ ਮਹਾਰਾਜ ਦੀਆਂ, ਸਾਰੀ ਸੰਗਤ ਵੱਲ ਵੇਖ ਕੇ ਫਿਰਿਓ ਚੁਗਿਰਦੇ ਇੱਕ ਦੋਏ ਫੇਰ। ਕਹਿਣ ਲੱਗੇ ਵੀ ਇਹ ਮਹਾਰਾਜ ਦੇ ਕੋਲ ਨਹੀਂ ਆਇਆ, ਸੰਗਤ ਦੀਆਂ ਚਾਰ ਸਫੇਰੇ ਪਰਿਕਰਮਾ ਕਰਦਾ ਪਿਆ। ਵੱਡਾ ਪੰਡਾਲ ਸਜਿਆ ਕਈ ਕਿੱਲਿਆਂ ਦੇ ਵਿੱਚ ਤੇ ਸੰਗਤ ਬੈਠੀ ਹੈ। ਹੋਲੀ ਦਾ ਵੱਡਾ ਮੇਲਾ ਮਹਾਰਾਜ ਨੇ ਮਨਾਇਆ। ਭਾਈ ਸੁਥਰੇ ਨੇ ਸਾਰੀਆਂ ਸੰਗਤ ਦੀਆਂ ਪਰਿਕਰਮਾ ਇੱਕ ਵਾਰੀ ਕੀਤੀਆਂ, ਬਾਰ-ਬਾਰ। ਦੂਜੀ ਵਾਰੀ ਫਿਰ ਪਰਿਕਰਮਾ ਕੀਤੀਆਂ, 2-3 ਪਰਿਕਰਮਾ ਕੀਤੀਆਂ ਬਾਹਰੋਂ ਤੇ 2-4 ਪਰਿਕਰਮਾ ਕੀਤੀਆਂ ਵਿੱਚ ਆ ਕੇ, ਕਦੇ ਇੱਧਰ ਨੂੰ ਚੱਲ ਜਾਇਆ ਕਰੇ, ਕਦੇ ਉੱਧਰ ਨੂੰ ਚੱਲ ਪਿਆ ਕਰੇ। ਭਾਈ ਸੁਥਰਾ ਇਸ ਤਰ੍ਹਾਂ ਸੰਗਤ ਵਿੱਚ ਗੇੜੇ ਕੱਢਦਾ ਹੈ। ਸ੍ਰੀ ਕਲਗੀਧਰ ਦੇਖ ਹੱਸੇ ਹੈ। ਮਹਾਰਾਜ ਦੀ ਨਿਗਾਹ ਪਈ। ਕਹਿਣ ਲੱਗੇ ਜਦੋਂ ਪਛਾਣ ਲਿਆ ਨਾ ਸਤਿਗੁਰਾਂ ਨੇ ਵੀ ਇਹ ਤੇ ਸੁਥਰਾ, ਇਹ ਮੂੰਹ ਸਿਰ ਕਾਲਾ ਕਰੀ ਬੈਠਾ, ਤੇ ਮਹਾਰਾਜ ਸਤਿਗੁਰੂ ਮਹਾਰਾਜ ਉਹਦੇ ਵੱਲ ਵੇਖ ਕੇ ਨਾ, ਸੁਥਰੇ ਦੇ ਵੱਲ, ਬਚਨ ਤੇ ਕੋਈ ਮੂੰਹੋਂ ਨਿਕਲਿਆ ਨਹੀਂ। ਮਹਾਰਾਜ ਵੇਖ ਕੇ ਹੱਸ ਪਿਆ ਵੀ ਇਹ ਕੀ ਕਰਦਾ ਪਿਆ, ਕਮਲਿਆਂ ਦੇ ਵਾਂ ਕਦੇ ਬਾਹਰੋਂ ਗੇੜਾ ਕੱਢ ਛੱਡਦਾ, ਕਦੇ ਸੰਗਤ ਦੇ ਵਿੱਚ ਗੇੜਾ ਕੱਢਦਾ ਪਿਆ, ਕਦੇ ਇੱਧਰ ਨੂੰ ਜਾਂਦਾ, ਕਦੇ ਉੱਧਰ ਨੂੰ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਪੈ ਵੇਖ ਕੇ ਸੁਥਰੇ ਦੇ ਵੱਲ, ਤੇ ਹੱਸ ਕੇ ਮਹਾਰਾਜ ਕਹਿਣ ਲੱਗੇ ਹਨ, ਬਿਦਤ ਦਸਨ ਭੇ ਬਿਸਲ ਲਸੇ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਸ ਵੇਲੇ ਇਹਦੇ ਵੱਲ ਵੇਖ ਕੇ ਹੱਸੇ ਤੇ ਮਹਾਰਾਜ ਦੇ ਚਿੱਟੇ ਦੰਦ ਜਿਹੜੇ ਨੇ ਨਾ ਹੀਰਿਆਂ ਦੇ ਵਾਂਗ, ਉਹ ਬੁੱਲਾਂ ਦੇ ਵਿੱਚੋਂ ਬਾਹਰ ਦਿਖਾਈ ਦਿੰਦੇ, ਬੜੇ ਸੋਹਣੇ ਲੱਗਦੇ ਹਨ। ਵਿਕਸਤ ਆਪਣੇ ਨਿਕਟ ਬੁਲਾਇਓ। ਸਤਿਗੁਰੂ ਹੱਸਦੇ ਪਏ ਤੇ ਮਹਾਰਾਜ ਦੇ ਵੱਲ ਵੇਖ ਕੇ ਸੰਗਤ ਹੱਸਦੀ ਪਈ। ਬੜੇ ਖੁਸ਼ ਹੋਏ ਮਹਾਰਾਜ ਅੱਜ ਸੁਥਰੇ ਦੀ ਐਸੀ ਵੇਖ ਕੇ ਦਸ਼ਾ ਨੂੰ ਵੀ ਇਹ ਕਾਲਾ ਹੋ ਕੇ ਸੰਗਤ ਵਿੱਚ ਆ ਗਿਆ। ਮਹਾਰਾਜ ਨੇ ਆਵਾਜ਼ ਮਾਰੀ, ਕਹਿਣ ਲੱਗੇ ਸੁਥਰਿਆ ਉਰੇ ਆ ਸਾਡੇ ਕੋਲ। ਸਤਿਗੁਰਾਂ ਨੇ ਹੱਸ ਕੇ ਭਾਈ ਸੁਥਰੇ ਨੂੰ ਆਪਣੇ ਕੋਲ ਬੁਲਾਇਆ ਹੈ। ਬੂਝਿਓ ਵੇਖ ਕਹਾਂ ਕਰ ਆਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਸੁਥਰਿਆ, ਰੱਬ ਨੇ ਤੇ ਪਹਿਲਾਂ ਹੀ ਤੈਨੂੰ ਰੰਗ ਕਾਲਾ ਹੀ ਦਿੱਤਾ, ਕੋਈ ਬਹੁਤਾ ਗੋਰਾ ਚਿੱਟਾ ਤੇ ਹੈ ਕੋਈ ਨਹੀਂ ਵੀ ਤੈਨੂੰ ਨਜ਼ਰ ਲੱਗ ਜਾਵੇ।
ਤੇ ਨੈਣ ਨਕਸ਼ ਵੀ ਕੁਝ ਉਸ ਤਰ੍ਹਾਂ ਦੇ ਟੇਢੇ ਮੇਢੇ ਮੋਟੇ ਜਾਈ ਨੇ, ਕੋਈ ਇਹ ਵੀ ਚੰਗੇ ਸਿੱਧੇ ਨਹੀਂ। ਰੰਗ ਰੂਪ ਤੇ ਪਹਿਲਾਂ ਹੀ ਕਾਲਾ ਹੈ, ਉੱਤੋਂ ਤੂੰ ਕਾਲਖ ਮੱਲ ਲਈ ਹੈ। ਤੂੰ ਤੇ ਡਰਾਉਣਾ ਲੱਗਦਾ ਪਿਆ, ਕਿਉਂ ਲੋਕਾਂ ਦੇ ਜਵਾਕ ਡਰਾਉਣੇ ਨੇ? ਇਸ ਤਰ੍ਹਾਂ ਦਾ ਬਣ ਕੇ ਕਿਉਂ ਆ ਗਿਆ? ਤੈਨੂੰ ਵੇਖ ਕੇ ਸੰਗਤ ਵੀ ਡਰਦੀ ਪਈ ਆ, ਬੱਚੇ ਵੀ ਡਰਦੇ ਪਏ। ਐਸਾ ਭਿਆਨਕ ਸਰੂਪ ਤੂੰ ਕਿਉਂ ਬਣਾਇਆ ਹੈ? ਹਾਥ ਜੋਰ ਅਰਦਾਸ ਬਖਾਨੀ। ਜਦੋਂ ਭਾਈ ਸੁਥਰੇ ਨੇ ਸੁਣਿਆ ਨਾ ਬਚਨ ਗੁਰਮੁਖੋ, ਸਾਖੀਆਂ ਨੇ ਨਿੱਕੀਆਂ ਨਿੱਕੀਆਂ, ਪਰ ਭਾਈ ਸੁਥਰੇ ਦੇ ਕੰਮਾਂ ਦੇ ਵਿੱਚ ਗਿਆਨ ਬੜਾ ਵੱਡਾ ਦਿੰਦੇ ਸੀ ਉਹ ਸਮਝਾਉਣ ਵਾਸਤੇ। ਤੇ ਭਾਈ ਸੁਥਰੇ ਨੇ ਉਸ ਵੇਲੇ ਸੁਣ ਕੇ ਬਚਨ ਮਹਾਰਾਜ ਜੀਆਂ ਦਾ ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਹੈ, ਸਤਿਗੁਰ ਸੰਗਤ ਸ਼ੁਭਤ ਮਹਾਨੀ। ਮਹਾਰਾਜ ਅੱਜ ਆਪ ਜੀ ਦੀ ਸੰਗਤ ਬਹੁਤ ਸੋਹਣੀ ਲੱਗਦੀ ਪਈ ਹੈ। ਤੁਹਾਡੀ ਜਿੰਨੀ ਸੰਗਤ ਬੈਠੀ ਹੈ ਨਾ ਦਰਬਾਰ ਦੇ ਵਿੱਚ, ਅੱਜ ਸੰਗਤ ਬੜੀ ਸੋਹਣੀ ਲੱਗਦੀ ਪਈ ਹੈ। ਮੈਂ ਤੱਕਿਆ ਵੀ ਮਹਾਰਾਜ ਦੀ ਸੰਗਤ ਬੜੀ ਸੋਹਣੀ ਹੈ। ਜਹ ਸਮ ਜਗ ਮੈਂ ਅਪਰਨਾ ਕੋਈ। ਮਹਾਰਾਜ ਇਸ ਵੇਲੇ ਦੁਨੀਆ ਦੇ ਵਿੱਚ ਤੁਹਾਡੀ ਸੰਗਤ ਵਰਗਾ ਸੋਹਣਾ ਕੋਈ ਨਹੀਂ ਹੈ। ਭਾਵੇਂ ਕਿਸੇ ਰਾਜੇ ਦਾ ਮਹਾਰਾਜੇ ਦਾ ਦਰਬਾਰ ਹੋਵੇ, ਵੱਡੇ ਵੱਡੇ ਮੰਤਰੀ ਤੇ ਵਜ਼ੀਰ ਬੈਠੇ ਹੋਣ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡੀ ਸੰਗਤ ਵਰਗੀ ਟੌਰ ਤੇ ਤੁਹਾਡੀ ਇਹ ਜਿਹੜੀ ਸੰਗਤ ਹੈ ਇਹਦੇ ਵਰਗਾ ਸੋਹਣਾ ਅੱਜ ਮੈਨੂੰ ਕੋਈ ਨਹੀਂ ਲੱਗਦਾ ਹੈ। ਦਿਵਤ ਮਹਾ ਦੁੱਤ ਕੇ ਜੁਤ ਹੋਈ। ਇਹ ਆਪ ਜੀ ਦੀ ਸੰਗਤ ਅੱਜ ਬਹੁਤ ਜ਼ਿਆਦੀ ਪ੍ਰਕਾਸ਼ ਦੇ ਸਮੇਤ ਹੈ, ਬੜੀ ਟੌਰ ਦੇ ਸਮੇਤ ਹੈ। ਤੁਹਾਡੀ ਸੰਗਤ ਅੱਜ ਬੜੀ ਸੋਹਣੀ ਲੱਗਦੀ ਪਈ ਹੈ। ਇਹਨਾਂ ਦੇ ਰੰਗ ਰੂਪ, ਇਹਨਾਂ ਦੇ ਪਹਿਰਾਵੇ ਮਹਾਰਾਜ ਬੜੇ ਸੋਹਣੇ ਲੱਗਦੇ ਹਨ। ਡੀਠ ਪਹਾੜੀਆਂ ਕੀ ਹੈ ਬੁਰੀ। ਸਤਿਗੁਰੂ ਕਹਿਣ ਲੱਗੇ ਉਹ ਤੇ ਗੱਲ ਠੀਕ ਹੈ ਵੀ ਸਾਡੀ ਸੰਗਤ ਅੱਜ ਬੜੀ ਸੋਹਣੀ ਲੱਗਦੀ ਪਈ ਹੈ। ਸਾਰਿਆਂ ਦੇ ਚਿਹਰੇ ਇੱਕੋ ਜਿਹੇ, ਕੱਪੜੇ ਵੀ ਅੱਜ ਇੱਕੋ ਜਿਹੇ ਹੋਏ ਪਏ, ਬਸੰਤੀ ਖਿੜੀ ਹੋਈ ਹੈ। ਇਹ ਤੇ ਠੀਕ ਹੈ ਵੀ ਸੰਗਤ ਬੜੀ ਸੋਹਣੀ ਲੱਗਦੀ ਹੈ, ਪਰ ਤੂੰ ਕਾਲਾ ਮੂੰਹ ਤੇ ਕਾਲਾ ਸਰੀਰ ਕਿਉਂ ਕੀਤਾ? ਉਹਦੇ ਬਾਰੇ ਦੱਸ। ਤੈਨੂੰ ਪੁੱਛਿਆ ਵੀ ਤੂੰ ਇਹੋ ਜਿਹਾ ਲਿਬਾਸ ਬਣਾ ਕੇ ਕਿਉਂ ਆਇਆ ਹੈ? ਤਾਂ ਭਾਈ ਸੁਥਰਾ ਉਸ ਵੇਲੇ ਸੁਣ ਕੇ ਆਖਣ ਲੱਗਾ, ਕਹਿਣ ਲੱਗਾ, ਮਹਾਰਾਜ ਇਹ ਜਿਹੜੇ ਪਹਾੜੀਏ ਲੋਕ ਨੇ ਨਾ, ਇਹਨਾਂ ਦੀ ਨਜ਼ਰ ਮਹਾਰਾਜ ਬੜੀ ਮਾੜੀ ਜੇ, ਬੜੀ ਮਾੜੀ ਨਜ਼ਰ ਵਾਲੇ ਨੇ। ਇਹ ਤੇ ਕਿਸੇ ਵੱਲ ਵੇਖ ਲੈਣ ਤੇ ਨਜ਼ਰ ਲੱਗ ਜਾਵੇ ਤੇ ਨਜ਼ਰ ਲੈਂਦੀ ਕੋਈ ਨਹੀਂ। ਮਹਾਰਾਜ ਆਪਾਂ ਪਹਾੜਾਂ ਦੇ ਮੁੱਢ ਵਿੱਚ ਬੈਠੇ ਆ ਤੇ ਪਹਾੜਾਂ ਦੇ ਲੋਕ ਤੁਹਾਡੀ ਸੰਗਤ ਵੱਲ ਜਦੋਂ ਵੇਖਣਗੇ, ਇਹਨਾਂ ਦੀ ਨਜ਼ਰ ਬਹੁਤ ਜ਼ਿਆਦੀ ਬੁਰੀ ਮਾੜੀ ਹੈ। ਜਿਸ ਲੱਗ ਜਾਏ ਮਨੋ ਖਰ ਛੁਰੀ। ਜੇ ਪਹਾੜੀਆਂ ਦੀ ਨਜ਼ਰ ਤੁਹਾਡੀ ਸੰਗਤ ਨੂੰ ਲੱਗ ਗਈ ਨਾ, ਤੇ ਪਹਾੜੀਆਂ ਦੀ ਨਜ਼ਰ ਨਜ਼ਰ ਨਹੀਂ ਹੈ, ਇਹ ਤੇ ਤਿੱਖੀ ਛੁਰੀ ਹੈ। ਜਿਵੇਂ ਤਿੱਖੀ ਛੁਰੀ ਕਿਸੇ ਨੂੰ ਕੱਟ ਦਿੰਦੀ ਹੈ, ਪਹਾੜੀਆਂ ਦੀ ਨਜ਼ਰ ਤੁਹਾਡੀ ਸੰਗਤ ਨੂੰ ਕੱਟ ਸਕਦੀ ਹੈ, ਦੁੱਖ ਦੇ ਸਕਦੀ ਹੈ। ਮੈਂ ਇਹ ਗੱਲ ਜਾਣ ਲਈ ਹੈ ਵੀ ਇਹਨਾਂ ਪਹਾੜੀਆਂ ਦੀ ਜਿਹੜੀ ਨਜ਼ਰ ਹੈ, ਉਹ ਕਹਿਣ ਲੱਗੇ ਛੁਰੀ ਦੇ ਵਾਂਗ ਬੜੀ ਭਿਆਨਕ ਤੇ ਮਾੜੀ ਹੈ। ਜਾਂ ਤੇ ਮੈਂ ਵਿਚਾਰ ਕਰ ਆਇਓ। ਇਸ ਕਰਕੇ ਮਹਾਰਾਜ ਮੈਂ ਮਨ ਵਿੱਚ ਸੋਚਿਆ ਵੀ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਗਤ ਨੂੰ ਨਜ਼ਰ ਹੀ ਨਾ ਲੱਗ ਜਾਵੇ। ਇਹਨਾਂ ਪਹਾੜੀਆਂ ਦੀ ਨਜ਼ਰ ਮਾੜੀ ਹੈ, ਸੰਗਤ ਤੁਹਾਡੀ ਸੋਹਣੀ ਲੱਗਦੀ ਪਈ ਹੈ, ਕਿਤੇ ਇਹ ਨਾ ਹੋਵੇ ਵੀ ਇਹਨਾਂ ਦੀ ਨਜ਼ਰ ਤੁਹਾਡੀ ਸੰਗਤ ਨੂੰ ਨਾ ਲੱਗ ਜਾਵੇ। ਇਹ ਮੇਰੇ ਮਨ ਵਿੱਚ ਵਿਚਾਰ ਆਈ ਹੈ। ਨਖ ਸਿੱਖ ਕਾਰੋ ਬੇਖ ਬਣਾਇਓ। ਤੇ ਮੈਂ ਸੋਚਿਆ ਵੀ ਮਹਾਰਾਜ ਦੀ ਸੰਗਤ ਦੀ ਨਜ਼ਰ ਉਤਾਰ ਦਿਆਂ। ਜਿਵੇਂ ਨਿੱਕਾ ਜਿਹਾ ਬੱਚਾ ਮਾਂ ਤਿਆਰ ਕਰਦੀ ਹੈ ਨਾ, ਸੋਹਣੇ ਕੱਪੜੇ ਪਾ ਕੇ ਜਦੋਂ ਤਿਆਰ ਹੋ ਜਾਂਦਾ, ਫਿਰ ਨਿੱਕਾ ਜਿਹਾ ਟੀਕਾ ਲਾਇਆ ਜਾਂਦਾ ਉਹਦੇ ਮੱਥੇ ਦੇ ਉੱਪਰ। ਕਾਰਨ ਇਹ ਆ ਵੀ ਨਜ਼ਰ ਨਾ ਲੱਗੇ। ਜੇ ਕੋਈ ਨਵਾਂ ਘਰ ਬਣਾ ਲੈਂਦਾ, ਉਹ ਘਰ ਦੇ ਉੱਪਰ ਇੱਕ ਘੜਾ ਮੂਧਾ ਮਾਰ ਦਿੰਦਾ ਲਾ ਕੇ ਕਾਲਾ ਤੇਲ। ਮਨ ਵਿੱਚ ਵਿਚਾਰ ਇਹ ਆ ਵੀ ਮੇਰੇ ਘਰ ਨੂੰ ਨਜ਼ਰ ਨਾ ਲੱਗ ਜਾਵੇ। ਇਹ ਦੁਨੀਆ ਦੇ ਲੋਕ ਇਹ ਕੁਝ ਕਰਦੇ ਨੇ। ਵੈਸੇ ਮਹਾਰਾਜ ਜੀਆਂ ਦਾ ਬਚਨ ਹੈ, ਸ਼ਗਨ ਅਪਸ਼ਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੇ। ਗੁਰਮੁਖੋ ਐਸੇ ਭਰਮ ਦੇ ਵਿੱਚ ਪੈਣਾ ਨਹੀਂ। ਗੱਡੀ ਕੋਈ ਨਵੀਂ ਲੈ ਲੈਂਦਾ, ਥੱਲੇ ਜੁੱਤੀ ਬੰਨ੍ਹ ਲੈਂਦਾ, ਗੱਡੀ ਦੇ ਨਾਲ ਲਿਖਿਆ ਜਾਂਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਤੇ ਕਾਲਾ ਮੂੰਹ ਤੇ ਸਗੋਂ ਨਜ਼ਰ ਉਤਾਰਦਾ। ਤੇ ਫਿਰ ਜੇ ਕਾਲਾ ਮੂੰਹ ਹੈ ਤਾਂ ਨਜ਼ਰ ਸਗੋਂ ਉਤਰੀ ਹੈ ਨਾ, ਲੱਗੀ ਨਹੀਂ ਹੈ ਨਾ। ਭਾਈ ਸੁਥਰਾ ਤੇ ਕਾਲਾ ਬਣ ਕੇ ਆਇਆ ਵੀ ਨਜ਼ਰ ਉਤਾਰਾਂ। ਇਹ ਦੁਨੀਆ ਦੀ ਵਿਚਾਰ ਹੈ ਵੀ ਨਜ਼ਰ ਲੱਗ ਜਾਂਦੀ ਹੈ, ਪਰ ਗੁਰਬਾਣੀ ਕਹਿੰਦੀ ਹੈ ਜੇ ਰੱਬ ਦਾ ਨਾਮ ਤੁਹਾਨੂੰ ਚੇਤੇ ਆ ਤੇ ਨਜ਼ਰ ਤੁਹਾਡੇ ਨੇੜੇ ਨਹੀਂ ਆਵੇਗੀ। ਪਰ ਇਹ ਪਹਿਲੂ ਕੁਝ ਹੋਰ ਹੈ, ਭਾਈ ਸੁਥਰੇ ਦੀ ਸਾਖੀ ਕੁਝ ਹੋਰ ਹੈ। ਭਾਈ ਸੁਥਰਾ ਕਹਿ ਰਿਹਾ, ਕਹਿਣ ਲੱਗਾ ਮਹਾਰਾਜ ਤੁਹਾਡੀ ਸੰਗਤ ਬੜੀ ਸੋਹਣੀ ਲੱਗਦੀ ਪਈ ਹੈ। ਮੈਂ ਸੋਚਿਆ ਵੀ ਇਹਨੂੰ ਨਜ਼ਰ ਨਾ ਲੱਗੇ, ਮੈਂ ਕਾਲਾ ਟਿੱਕਾ ਬਣ ਕੇ, ਇਹ ਤਾਂ ਮੈਂ ਆਪਣਾ ਸਾਰਾ ਸਰੀਰ ਕਾਲਾ ਕੀਤਾ ਵੀ ਮੈਂ ਕਾਲੇ ਟਿੱਕੇ ਦੇ ਵਾਂਗ ਤੁਹਾਡੀ ਸੰਗਤ ਵਿੱਚ ਫਿਰਦਾ ਪਿਆ ਵੀ ਜੇ ਨਜ਼ਰ ਲੱਗੀ ਹੈ ਤੇ ਮੈਂ ਉਤਾਰ ਦੇਣਾ ਕਰਾਂ। ਤਿਨਕੀ ਨਜ਼ਰ ਲਗਾਇ ਅਬ ਨਾਹੀ। ਤੇ ਹੁਣ ਮਹਾਰਾਜ ਇਹਨਾਂ ਦੀ ਨਜ਼ਰ ਨਹੀਂ ਲੱਗੇਗੀ। ਪਹਾੜੀਆਂ ਦੀ ਕੀ ਕਿਸੇ ਦੀ ਵੀ ਨਜ਼ਰ ਤੁਹਾਡੀ ਸੰਗਤ ਨੂੰ ਹੁਣ ਲੱਗੇਗੀ ਨਹੀਂ।
ਤੁਹਾਡੀ ਸੰਗਤ ਨਜ਼ਰ ਤੋਂ ਬਚ ਗਈ ਹੈ। ਹਾਰੋ ਬਦਨ ਹੋਏ ਤਨ ਜਾਹੀ। ਤੇ ਇਹਨਾਂ ਦੇ ਹੁਣ ਕਾਲੇ ਮੂੰਹ ਹੋ ਜਾਣਗੇ। ਜਿਹੜਾ ਹੁਣ ਵੇਖੇਗਾ ਨਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਜਿਹੜਾ ਹੁਣ ਤੁਹਾਡੀ ਸੰਗਤ ਵੱਲ ਵੇਖੇਗਾ ਉਹਦਾ ਆਪਦਾ ਹੀ ਮੂੰਹ ਕਾਲਾ ਹੋਵੇਗਾ। ਮੈਂ ਇਹ ਨਜ਼ਰ ਲਾਉਣ ਵਾਸਤੇ ਕਾਲਾ ਬਣ ਕੇ ਆਇਆ। ਗੁਰਮੁਖੋ ਕਈ ਸਾਖੀਆਂ ਨੇ ਭਾਈ ਸੁਥਰੇ ਦੀਆਂ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਕਹਿਣ ਲੱਗੇ ਭਾਈ ਸੁਥਰਿਆ ਸਾਨੂੰ ਤੇ ਬੜੇ ਕੌਤਕ ਕਰਕੇ ਵਿਖਾਉਣਾ, ਕੋਈ ਬਾਦਸ਼ਾਹ ਨੂੰ ਵੀ, ਹਿੰਦੁਸਤਾਨ ਦੇ ਬਾਦਸ਼ਾਹ ਨੂੰ ਵੀ ਜਾ ਕੇ ਕੁਝ ਕੌਤਕ ਕਰਕੇ ਵਿਖਾ, ਕੁਝ ਪਤਾ ਲੱਗੇ। ਤੇ ਉਸ ਵੇਲੇ ਭਾਈ ਸੁਥਰੇ ਨੇ ਕੌਤਕ ਕੀ ਕੀਤਾ, ਵੀ ਕੰਮ ਹੀ ਇਹੋ ਜਿਹਾ ਕੀਤਾ ਵੀ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਚਲਾ ਗਿਆ ਤੇ ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ ਇਹ ਗੱਲ ਲਿਖਵਾ ਲਈ ਵੀ ਜਿਹੜਾ ਵੀ ਵੈਦ ਹੈ ਉਹਦੇ ਕੋਲੋਂ 1 ਪੈਸਾ ਲੈਣਾ, 1 ਟਕਾ ਲੈਣਾ। ਉਸ ਵੇਲੇ ਬਾਦਸ਼ਾਹ ਜਿਹੜੇ ਹੁੰਦੇ ਸਨ ਉਹ ਫਰਮਾਨ ਆਪਣਾ ਤਰਾਂਬੇ ਦੇ ਪੱਤਰ ਦੇ ਉੱਪਰ ਲਿਖਦੇ। ਇਹ ਤਰਾਂਬੇ ਦੇ ਪੱਤਰ ਤੇ ਲਿਖ ਕੇ ਦਿੱਤਾ ਜਾਂਦਾ, ਉੱਪਰ ਮੋਹਰ ਲੱਗ ਜਾਂਦੀ, ਉਹ ਇੱਕ ਗਵਾਹੀ ਬਣ ਜਾਂਦੀ ਵੀ ਆਹ ਬਾਦਸ਼ਾਹ ਨੇ ਆਖਿਆ, ਉਹ ਮੰਨਣਾ ਪੈਂਦਾ ਸਾਰਿਆਂ ਨੂੰ। ਬਾਦਸ਼ਾਹ ਨੇ ਲਿਖ ਦਿੱਤਾ ਵੀ ਜਿਹੜਾ ਵੀ ਵੈਦ ਹੈ ਉਹ ਇਸ ਭਾਈ ਨੂੰ 1 ਟਕਾ ਦੇਵੇ। ਹੁਣ ਲਿਖਵਾ ਤੇ ਲਿਆ। ਹੁਣ ਬਾਦਸ਼ਾਹ ਨੂੰ ਇਹ ਨਹੀਂ ਨਾ ਪਤਾ ਵੀ ਇਹ ਬੜਾ ਚਲਾਕ ਹੈ ਜਿਹਨੂੰ ਲਿਖ ਕੇ ਦਿੱਤਾ। ਤੇ ਭਾਈ ਸੁਥਰਾ ਆਮ ਹੀ ਕਿਸੇ ਕੋਲ ਚਲੇ ਜਾਵੇ, ਜਾ ਕੇ ਢਿੱਡ ਫੜ ਲਵੇ, ਹਾਏ ਮੇਰੇ ਢਿੱਡ ਪੀੜ ਹੁੰਦੀ ਹੈ, ਤੇ ਸੁਣਨ ਵਾਲਾ ਕਵੇ ਵੀ ਥੋੜੀ ਜਿਹੀ ਜਵੈਣ ਖਾ ਲਾ ਗਰਮ ਪਾਣੀ ਦੇ ਨਾਲ। ਜਦੋਂ ਇੰਨੀ ਗੱਲ ਕਵੇ ਤੇ ਉਹ ਪੱਤਰਾ ਅੱਗੇ ਰੱਖੇ ਵੀ ਤੂੰ ਤੇ ਵੈਦ ਹੈ, ਤੂੰ ਤੇ ਦਵਾਈ ਦੱਸੀ ਹੈ, ਲਿਆ 1 ਟਕਾ ਮੈਨੂੰ ਦੇ। ਥੋੜਾ ਜਿਹਾ ਅੱਗੇ ਜਾਵੇ, ਜਾ ਕੇ ਦੰਦ ਫੜ ਲਵੇ, ਹਾਏ ਮੇਰਾ ਦੰਦ ਪੀੜ ਹੁੰਦਾ, ਤੇ ਉਹ ਸੁਣਨ ਵਾਲਾ ਕੋ ਆਖੇ ਵੀ ਲੌਂਗ ਰੱਖ ਲਾ ਮੂੰਹ ਦੇ ਵਿੱਚ, ਲੌਂਗ ਖਾ ਲਾ, ਕੁਝ ਇਹੋ ਜਿਹਾ ਤਰੀਕਾ ਦੱਸੇ। ਉਹ ਪੱਤਰਾ ਕੱਢ ਕੇ ਤਰਾਂਬੇ ਦਾ ਅੱਗੇ ਰੱਖੇ ਵੀ ਤੂੰ ਤੇ ਮੈਨੂੰ ਦਵਾਈ ਦੱਸੀ ਹੈ, ਤੇ ਬਾਦਸ਼ਾਹ ਦਾ ਹੁਕਮ ਹੈ ਵੀ ਜਿਹੜਾ ਦਵਾਈ ਦੱਸੇ ਉਹ ਤੋਂ 1 ਟਕਾ ਲੈਣਾ, ਲਿਆ ਟਕਾ ਕੱਢ ਸਾਨੂੰ ਦੇ। ਬਾਜ਼ਾਰ ਦੇ ਵਿੱਚ ਤੁਰਿਆ ਫਿਰੇ, ਕਦੇ ਲੱਤ ਫੜ ਕੇ ਬਹਿ ਜਾਵੇ, ਕਦੇ ਗਿੱਟਾ ਫੜ ਕੇ ਬਹਿ ਜਾਵੇ। ਜਦੋਂ ਕੋਈ ਪੁੱਛੇ ਵੀ ਕੀ ਹੋਇਆ, ਕਹਿਣ ਲੱਗਾ ਵੀ ਗਿੱਟਾ ਪੀੜ ਕਰਦਾ, ਅਗਲਾ ਦੱਸੇ ਵੀ ਕੋਸਾ ਪਾਣੀ ਲੈ ਕੇ ਟਕੋਰ ਕਰ, ਤੇ ਉਹ ਕੱਢ ਕੇ ਪੱਤਰਾ ਅੱਗੇ ਰੱਖੇ ਵੀ ਲਿਆ ਟਕਾ ਦੇ, ਤੂੰ ਤੇ ਮੈਨੂੰ ਦਵਾਈ ਦੱਸੀ ਹੈ। ਭਾਈ ਸੁਥਰੇ ਨੇ ਇਹੋ ਜਿਹੇ ਕਈ ਕੰਮ ਕਰਕੇ ਪੈਸੇ ਇਕੱਠੇ ਕੀਤੇ। ਫਿਰ ਉਹ ਬਾਦਸ਼ਾਹ ਦੇ ਦਰਬਾਰ ਵਿੱਚ ਸ਼ਿਕਾਇਤ ਹੋ ਗਈ ਔਰੰਗਜ਼ੇਬ ਦੇ ਵੀ ਮਹਾਰਾਜ ਆ ਤੁਸੀਂ ਕਿਹਨੂੰ ਫਰਮਾਨ ਦਿੱਤਾ, ਇਹ ਤੇ ਕਦੇ ਢਿੱਡ ਫੜ ਲੈਂਦਾ, ਕਦੇ ਗਿੱਟਾ ਫੜ ਲੈਂਦਾ, ਸਾਡੇ ਕੋਲ ਪੈਸੇ ਸਾਨੂੰ ਦੇਣੇ ਪੈਂਦੇ ਕਿਉਂਕਿ ਤੁਹਾਡਾ ਫਰਮਾਨ ਹੈ, ਇਹਦਾ ਕੋਈ ਹੱਲ ਕੀਤਾ ਜਾਵੇ। ਫਿਰ ਬਾਦਸ਼ਾਹ ਨੇ ਉਸ ਵੇਲੇ ਇਹ ਹੁਕਮ ਸੁਣਾਇਆ, ਕਹਿਣ ਲੱਗਾ ਵੀ ਇਦਾਂ ਨਹੀਂ, ਵੀ ਤੂੰ ਰਾਹ ਜਾਂਦਿਆਂ ਲੋਕਾਂ ਨੂੰ ਤੰਗ ਨਾ ਕਰਿਆ ਕਰ। ਜਿਹੜਾ ਹਕੀਮ ਦੁਕਾਨ ਬਣਾ ਕੇ ਬੈਠਾ ਹੈ, ਜਿਹਨੇ ਬਾਹਰ ਲਿਖਿਆ ਹੋਇਆ ਵੀ ਮੈਂ ਵੈਦ ਹਕੀਮ ਦਵਾਈ ਦਿੰਦਾ ਹਾਂ, ਤੂੰ ਉਹਦੇ ਕੋਲੋਂ ਜਾ ਕੇ ਟਕਾ ਮੰਗਿਆ ਕਰ। ਰਸਤੇ ਵਿੱਚ ਲੋਕਾਂ ਨੂੰ ਨਾ ਪਰਖਿਆ ਕਰ ਵੀ ਕਿਹੜਾ ਵੈਦ ਹੈ ਤੇ ਕਿਹੜਾ ਵੈਦ ਨਹੀਂ ਹੈ। ਇਹੋ ਜਿਹੇ ਕੌਤਕ ਜਿਹੜੇ ਸਾਨੂੰ ਭਾਈ ਸੁਥਰੇ ਨੇ ਔਰੰਗਜ਼ੇਬ ਵਰਗਿਆਂ ਨੂੰ ਵੀ ਕਰਕੇ ਵਿਖਾਏ, ਤੇ ਫਿਰ ਉਹ ਮਾਇਆ ਇਕੱਠੀ ਕਰਕੇ ਤੇ ਸਿੱਖੀ ਦੇ ਪ੍ਰਚਾਰ ਦੇ ਵਿੱਚ ਲਾਈ ਭਾਈ ਸੁਥਰੇ ਨੇ। ਸੋ ਰਹੁ ਵਿਚਾਰ ਇਸ ਤਰ੍ਹਾਂ ਦੇ ਇਹ ਕੌਤਕ ਨੇ ਭਾਈ ਸੁਥਰੇ ਦੇ, ਜਿਹੜੇ ਆਪਾਂ ਸਰਵਣ ਕਰਦੇ ਰਹਿੰਦੇ। ਇੱਕ ਵਾਰੀ ਇੱਕ ਮੋਚੀ ਕੋਲ ਚਲਾ ਗਿਆ, ਕਹਿਣ ਲੱਗਾ ਵੀ 5 ਫੁੱਟ ਲੰਮੀ ਜੁੱਤੀ ਬਣਾ ਕੇ ਦੇ, 2-3 ਫੁੱਟ ਲੰਮੀ ਹੋਵੇ, ਅੱਧੀ ਫੁੱਟ ਚੌੜੀ ਹੋਵੇ, ਜੁੱਤੀ ਬਣਾ ਕੇ ਦੇ ਚਮੜੇ ਦੇ। ਤੇ ਉਹ ਮੋਚੀ ਹੈਰਾਨ ਹੋ ਗਿਆ, ਕਹਿਣ ਲੱਗਾ ਵੀ ਤੇਰਾ ਪੈਰ ਤੇ ਨਿੱਕਾ ਜਿਹਾ, 2-2.5 ਫੁੱਟ ਦੀ ਜੁੱਤੀ ਕੀ ਕਰੇਗਾ, ਐਡੀ ਲੰਮੀ ਤੇ ਐਡੀ ਚੌੜੀ, ਤੇ ਜੁੱਤਾ ਬਣ ਜਾਣਾ ਵੱਡਾ ਸਾਰਾ, ਹਾਥੀ ਦੇ ਪੈਰਾਂ 'ਚ ਪਾਉਣ ਵਾਲਾ। ਕਹਿਣ ਲੱਗਾ ਤੂੰ ਪੈਸੇ ਮੰਗ ਕਿੰਨੇ ਚਾਹੀਦੇ ਨੇ, ਜਿਹੋ ਜੀ ਮੈਂ ਕਹਿੰਦਾ ਉਹੋ ਜੀ ਬਣਾ ਕੇ ਦੇ। ਬਣਾ ਲਈ ਜੁੱਤੀ, ਬੜੀ ਸੋਹਣੀ ਬਣ ਗਈ, ਵੱਡੀ ਸਾਰੀ। ਜਾਂਦਿਆਂ ਇੱਕ ਜੁੱਤੀ ਮਸੀਤ ਵਿੱਚ ਸੁੱਟ ਦਿੱਤੀ, ਇੱਕ ਆਪਣੇ ਝੋਲੇ 'ਚ ਪਾ ਲਈ। ਅਗਲੇ ਦਿਨ ਕਾਜੀ ਗਿਆ, ਉਹਨੇ ਮਸੀਤ ਖੋਲੀ, ਵੇਖਦਾ ਜੁੱਤੀ ਬੜੀ ਵੱਡੀ ਜੁੱਤੀ ਹੈ। ਕਾਜੀ ਦੇ ਮਨ ਵਿੱਚ ਆ ਗਿਆ ਵੀ ਇਹ ਤੇ ਖੁਦਾ ਦੀ ਜੁੱਤੀ ਹੋ ਸਕਦੀ, ਵੀ ਐਡਾ ਵੱਡਾ ਪੈਰ ਤੇ ਖੁਦਾ ਦਾ ਹੀ ਹੋ ਸਕਦਾ, ਬੰਦੇ ਦਾ ਤੇ ਹੋ ਨਹੀਂ ਸਕਦਾ। ਉਹਨੇ ਰੌਲਾ ਪਾ ਦਿੱਤਾ ਵੀ ਖੁਦਾ ਅੱਜ ਮਸੀਤ ਵਿੱਚ ਆਏ, ਆਪਣੀ ਜੁੱਤੀ ਲਾਹ ਗਏ। ਜਦੋਂ ਰੌਲਾ ਪੈ ਗਿਆ ਤੇ ਉਹ ਗੱਲ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚ ਗਈ ਵੀ ਐਡਾ ਵੱਡਾ ਜੁੱਤਾ ਇਹ ਮਸੀਤ ਵਿੱਚੋਂ ਮਿਲਿਆ ਤੇ ਖੁਦਾ ਲਾਹ ਗਿਆ। ਸਾਰੇ ਜਾਣੇ ਨਮਸਕਾਰਾਂ ਕਰਨ ਲੱਗ ਪਏ ਨੇ। ਜਿਹਨੂੰ ਭਾਈ ਸੁਥਰਾ ਪਹੁੰਚ ਪਿਆ, ਕਹਿਣ ਲੱਗਾ ਉਹ ਖੁਦਾ ਦੀ ਜੁੱਤੀ ਨਹੀਂ, ਇਹ ਤੇ ਜੁੱਤੀ ਮੇਰੀ ਹੈ। ਕਹਿਣ ਲੱਗੇ ਵੀ ਅਸੀਂ ਕਿਵੇਂ ਮੰਨੀਏ, ਝੋਲੇ ਵਿੱਚੋਂ ਦੂਜੀ ਵੀ ਕੱਢ ਕੇ ਵਿਖਾਈ। ਕਹਿਣ ਲੱਗਾ ਵੇਖੋ ਇਹਦੇ ਨਾਲ ਦੀ ਇੱਕ ਹੋਰ ਹੈ ਮੇਰੇ ਕੋਲ। ਇਹੋ ਜਿਹੇ ਕਈ ਕੰਮ ਹੀ ਸੁਥਰਾ ਕਰਦਾ ਤੇ ਕਰਕੇ ਇਹੋ ਜਿਹੇ ਕੌਤਕ ਤੋਂ ਸਿੱਖਿਆ ਦਿੰਦਾ ਕਈ ਤਰ੍ਹਾਂ ਦੀ। ਕਈ ਬਚਨ ਨੇ ਇਹੋ ਜਿਹੇ ਭਾਈ ਸੁਥਰੇ ਦੇ ਜੀਵਨ ਦੇ। ਕਹਿਣ ਲੱਗੇ ਅੱਜ ਮਹਾਰਾਜ ਦੀ ਸੰਗਤ ਨੇ ਹੋਲੀ ਖੇਡੀ ਹੈ, ਸੰਗਤ ਇੰਨੀ ਸੋਹਣੀ ਲੱਗਦੀ ਹੈ, ਭਾਈ ਸੁਥਰਾ ਆਪਣਾ ਮੂੰਹ ਸਿਰ ਕਾਲਾ ਕਰਕੇ ਸੰਗਤ ਵਿੱਚ ਗੇੜਾ ਕੱਢਦਾ ਪਿਆ ਹੈ,
ਕਾਹਦੇ ਵਾਸਤੇ? ਕਿ ਗੁਰੂ ਦੀ ਸੰਗਤ ਨੂੰ ਨਜ਼ਰ ਨਾ ਲੱਗ ਜਾਵੇ, ਜੇ ਨਜ਼ਰ ਲੱਗੀ ਹੈ ਤੇ ਉਤਰ ਜਾਵੇ। ਐਸੇ ਕੌਤਕ ਮਹਾਰਾਜ ਨੂੰ ਦੱਸਦਾ ਹੈ। ਜਿਮ ਬਾਲਕ ਸੁੰਦਰ ਸ਼ਿੰਗਾਰੇ। ਮਹਾਰਾਜ ਨੂੰ ਕਹਿੰਦਾ ਪਿਆ, ਕਹਿਣ ਲੱਗਾ ਮਹਾਰਾਜ ਮੈਂ ਨਜ਼ਰ ਇਸ ਤਰ੍ਹਾਂ ਦੂਰ ਕਰਦਾ ਪਿਆ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਨਵਾ ਕੇ ਧਵਾ ਕੇ ਸ਼ਿੰਗਾਰ ਕਰਕੇ ਸੋਹਣੇ ਕੱਪੜੇ ਪਾ ਕੇ ਤਿਆਰ ਕਰਦੀ ਹੈ। ਚਾਰ ਵਿਭੂਖਨ ਵਸਤਰਨ ਧਾਰੇ। ਅਤੇ ਮਾਂ ਫਿਰ ਉਸ ਬੱਚੇ ਦੇ ਉੱਪਰ ਗਹਿਣਾ ਵੀ ਪਾਉਂਦੀ ਹੈ। ਕਈ ਤਰ੍ਹਾਂ ਦੇ ਗਹਿਣੇ ਬੱਚੇ ਦੇ ਉੱਪਰ ਪਾਏ ਜਾਂਦੇ, ਕੰਗਣ ਛਣਕਣੇ ਵਗੈਰਾ ਪਾਏ ਜਾਂਦੇ, ਕਈ ਤਰ੍ਹਾਂ ਦੇ ਸੋਹਣੇ ਕੱਪੜੇ ਪਾਏ ਜਾਂਦੇ ਸੋ ਉਸ ਨੂੰ ਸੋਹਣਾ ਬਣਾਉਣ ਵਾਸਤੇ। ਬਿੰਦ ਸ਼ਿਆਮਤਾ ਮਾਤ ਲਗਾਵੇ। ਪਰ ਉਸ ਵੇਲੇ ਮਾਂ ਆਪਣੀਆਂ ਅੱਖਾਂ ਵਿੱਚੋਂ ਕੱਜਲ ਕੱਢ ਕੇ ਤੇ ਬੱਚੇ ਦੇ ਟਿੱਕਾ ਲਾ ਦਿੰਦੀ। ਕੋਈ ਠੋਡੀ ਦੇ ਥੱਲੇ ਲਾ ਦਿੰਦਾ, ਕੋਈ ਮੱਥੇ ਤੇ ਲਾ ਦਿੰਦਾ, ਕੋਈ ਧੌਣ ਤੇ ਲਾ ਦਿੰਦਾ। ਕਾਹਦੇ ਵਾਸਤੇ? ਕਿ ਮੇਰਾ ਬੱਚਾ ਬੜਾ ਸੋਹਣਾ ਲੱਗਦਾ, ਕਿਤੇ ਨਜ਼ਰ ਨਾ ਲੱਗ ਜਾਵੇ। ਨਹੀਂ ਨਜ਼ਰ ਕਿਸ ਕੀ ਲੱਗ ਜਾਵੇ। ਮਾਂ ਦੇ ਮਨ ਵਿੱਚ ਵਿਚਾਰ ਇਹ ਹੈ ਵੀ ਕਿਤੇ ਮੇਰੇ ਬੱਚੇ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਮਹਾਰਾਜ ਉਹ ਕਾਲਾ ਟਿੱਕਾ ਤਾਂ ਲਾਉਂਦੀ ਹੈ। ਮੇਰੇ ਮਨ ਦੀ ਵਿਚਾਰ ਵੀ ਇਹੋ ਹੀ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਗਤ ਨੂੰ ਨਜ਼ਰ ਨਾ ਲੱਗ ਜਾਵੇ। ਮਹਾਰਾਜ ਬੱਚਾ ਛੋਟਾ ਜਿਹਾ ਤੇ ਟਿੱਕਾ ਛੋਟਾ ਜਿਹਾ ਲੱਗਦਾ, ਤੁਹਾਡੀ ਸੰਗਤ ਬਹੁਤ ਵੱਡੀ ਹੈ ਤੇ ਟਿੱਕਾ ਵੀ ਤੇ ਵੱਡਾ ਹੀ ਚਾਹੀਦਾ ਨਾ। ਮੈਂ ਤਾਂ ਹੀ ਆਪਣੇ ਸਾਰੇ ਸਰੀਰ ਨੂੰ ਹੀ ਕਾਲਾ ਕਰ ਲਿਆ ਵੀ ਟਿੱਕਾ ਵੀ ਵੱਡਾ ਹੀ ਹੋਣਾ ਚਾਹੀਦਾ ਵੀ ਸੰਗਤ ਨੂੰ ਨਜ਼ਰ ਨਾ ਲੱਗੇ। ਸੁੰਦਰ ਆਪਣੋ ਸਦਨ ਚਨਾਵੇ। ਦੂਜੀ ਉਦਾਹਰਨ ਦਿੰਦੇ ਕਹਿਣ ਲੱਗੇ ਕੋਈ ਬੰਦਾ ਆਪਣਾ ਸੋਹਣਾ ਜਿਹਾ ਘਰ ਬਣਾਵੇ, ਘਰ ਤਿਆਰ ਹੋ ਜਾਵੇ, ਉਹਨੂੰ ਰੰਗ ਕਰ ਦੇਵੇ, ਉਹਨੂੰ ਦਰਵਾਜ਼ਾ ਲਾ ਦੇਵੇ, ਉਹਨੂੰ ਸ਼ਿੰਗਾਰ ਬਣਾ ਦੇਵੇ, ਫੁੱਲ ਗੁਲਦਸਤੇ ਕਈ ਲਿਆ ਕੇ ਰੱਖ ਦੇਵੇ। ਜਦੋਂ ਉਹ ਘਰ ਸੋਹਣਾ ਬਣ ਜਾਂਦਾ ਹੈ, ਅੰਤਰ ਬਾਹਰ ਬਿਸਤ ਬਣਾਵੇ। ਅੰਦਰੋਂ ਵੀ ਘਰ ਨੂੰ ਕਲੀ ਕੀਤੀ ਜਾਂਦੀ, ਰੰਗ ਕੀਤਾ ਜਾਂਦਾ, ਪੇਂਟ ਕੀਤਾ ਜਾਂਦਾ, ਬਾਹਰੋਂ ਵੀ ਉਸ ਨੂੰ ਕਈ ਤਰ੍ਹਾਂ ਦੀਆਂ ਵੇਲਾਂ ਲਾਈਆਂ ਜਾਂਦੀਆਂ, ਕਈ ਤਰ੍ਹਾਂ ਦੇ ਰੰਗ ਕਰਕੇ ਸੋਹਣਾ ਬਣਾਇਆ ਜਾਂਦਾ ਹੈ। ਨਜ਼ਰ ਨਹੀਂ ਕਿਸ ਕੀ ਲੱਗ ਜਾਵੇ। ਪਰ ਹੁਣ ਜਿਹਨੇ ਘਰ ਬਣਾਇਆ ਨਾ ਉਹਦੇ ਮਨ ਵਿੱਚ ਵਿਚਾਰ ਇਹ ਆ ਵੀ ਮੇਰੇ ਘਰ ਨੂੰ ਨਜ਼ਰ ਨਾ ਲੱਗ ਜਾਵੇ। ਡਰ ਰਹਿੰਦਾ ਨਾ ਸਾਨੂੰ ਹਰ ਵੇਲੇ ਵੀ ਕੋਈ ਬੰਦਾ ਨਜ਼ਰ ਨਾ ਮੇਰੇ ਘਰ ਨੂੰ ਲਾ ਜਾਵੇ। ਪਰ ਗੁਰਮੁਖੋ ਨਜ਼ਰ ਲਾ ਕੇ ਕਿਹੜਾ ਘਰ ਡਿੱਗ ਪੈਣਾ, ਘਰ ਤੇ ਉੱਥੇ ਹੀ ਖੜਾ ਰਹਿਣਾ ਜਿੱਥੇ ਹੈ। ਪਰ ਸਾਡੇ ਮਨ ਦੀ ਵਿਚਾਰ ਹੈ ਵੀ ਕੋਈ ਨਜ਼ਰ ਲਾ ਕੇ ਸਾਡੀ ਕੰਧ ਹੀ ਨਾ ਡਿੱਗ ਜਾਵੇ। ਭਾਈ ਸੁਥਰਾ ਕਹਿ ਰਿਹਾ ਮਹਾਰਾਜ ਕੋਈ ਸੋਹਣਾ ਘਰ ਬਣਾਉਂਦਾ ਤੇ ਉਹਦੇ ਮਨ ਵਿੱਚ ਇਹ ਗੱਲ ਆਉਂਦੀ ਹੈ ਕਿ ਮੇਰਾ ਘਰ ਜਿਹੜਾ ਹੈ ਕਿਸੇ ਦੀ ਨਜ਼ਰ ਨਾ ਲੱਗੇ। ਕਾਲੀ ਹੰਡਿਆ ਧਰੈ ਬਿਨਾਏ। ਤੇ ਲੋਕਾਂ ਨੇ ਉਹਦਾ ਫਿਰ ਇੱਕ ਉਪਾਅ ਬਣਾਇਆ ਵੀ ਨਜ਼ਰ ਤੋਂ ਕਿਵੇਂ ਬਚਣਾ ਹੈ। ਇੱਕ ਹਾਂਡੀ ਲੈ ਕੇ ਨਾ, ਕੁੱਜੀ ਲੈ ਕੇ, ਛੋਟੀ ਜੀ ਘੜਾ ਲੈ ਕੇ ਤੇ ਉਹਨੂੰ ਫਿਰ ਕਾਲਾ ਰੰਗ ਕੀਤਾ ਜਾਂਦਾ ਤੇ ਉਸ ਕਾਲੇ ਘੜੇ ਨੂੰ ਫਿਰ ਕੋਠੇ ਦੀ ਛੱਤ ਤੇ ਰੱਖਿਆ ਜਾਂਦਾ, ਬਨੇਰੇ ਤੇ। ਤੇ ਉਹ ਤਾਂ ਰੱਖਿਆ ਜਾਂਦਾ ਹੈ ਵੀ ਜੇ ਕੋਈ ਕਾਲੀ ਨਜ਼ਰ, ਭੈੜੀ ਨਜ਼ਰ ਲਾਵੇ ਤੇ ਉਹਦੀ ਨਜ਼ਰ ਇਸ ਘੜੇ ਦੇ ਨਾਲ ਲੱਗ ਕੇ ਤੇ ਪਿੱਛੇ ਭੱਜ ਜਾਵੇ, ਘਰ ਨੂੰ ਲੱਗੇ ਨਾ। ਤੇ ਜਾਂ ਅੱਜ ਇੱਕ ਨਵਾਂ ਤਰੀਕਾ ਆ ਗਿਆ, ਕੋਈ ਡਰਾਉਣਾ ਜਿਹਾ ਮੂੰਹ, ਜਿਬ ਐਡੀ ਬਾਹਰ ਉਹਨੇ ਕੱਢੀ ਹੁੰਦੀ ਹੈ, ਕਾਲੇ ਜਿਹੇ ਮੂੰਹ ਵਾਲਾ, ਉਹ ਟੰਗਿਆ ਜਾਂਦਾ। ਕਾਹਦੇ ਵਾਸਤੇ? ਵੀ ਜਿਹੜਾ ਨਜ਼ਰ ਲਾਵੇ ਉਹਦੀ ਜ਼ੁਬਾਨ ਵੀ ਇਦਾਂ ਹੀ ਬਾਹਰ ਨਿਕਲ ਜਾਵੇ ਜਿਵੇਂ ਇਹਦੀ ਨਿਕਲੀ ਹੋਈ ਹੈ। ਸੋ ਉਹ ਲਾਏ ਜਾਂਦੇ ਇਸ ਤਰੀਕੇ ਨਾਲ। ਲੋਕ ਡਰਦੇ ਨੇ ਵੀ ਸਾਡੇ ਘਰ ਨੂੰ ਨਜ਼ਰ ਨਾ ਲੱਗੇ। ਇਹ ਦੱਸਦਾ ਪਿਆ ਵੀ ਮਹਾਰਾਜ ਇਹ ਸਭ ਕੁਝ ਕੀਤਾ ਜਾਂਦਾ ਹੈ। ਨਜ਼ਰ ਕਰੇ ਸੰਗਤ ਪਰ ਜੋਏ। ਮਹਾਰਾਜ ਜਿਹੜਾ ਤੁਹਾਡੀ ਸੰਗਤ ਨੂੰ ਨਜ਼ਰ ਲਾਏਗਾ, ਕੋਈ ਵਿਅਕਤੀ ਦੁਨੀਆ ਦਾ ਆ ਕੇ, ਅਜ ਸੰਗਤ ਮੁਝ ਲਾਗੇ ਸੋਏ। ਤੇ ਫਿਰ ਉਹ ਨਜ਼ਰ ਸੰਗਤ ਨੂੰ ਨਹੀਂ ਲੱਗੇਗੀ, ਉਹ ਨਜ਼ਰ ਮੈਨੂੰ ਲੱਗੇਗੀ ਆ ਕੇ। ਕਿਉਂਕਿ ਮੈਂ ਨਜ਼ਰ ਵੱਟੂ ਹਾਂ, ਨਜ਼ਰ ਉਤਾਰਨ ਵਾਲਾ। ਮੈਂ ਤਾਂ ਕਾਲਾ ਬਣ ਕੇ ਆਇਆ ਹਾਂ। ਹਾਂਡੀ ਬਨ ਲਿਓ ਸੰਭਾਰ। ਮਹਾਰਾਜ ਜਿਵੇਂ ਘਰ ਨੂੰ ਨਜ਼ਰ ਲੱਗੇ ਤੇ ਉਹ ਹਾਂਡੀ ਜਿਹੜੀ ਕਾਲੀ ਤੌੜੀ ਰੱਖੀ ਹੋਈ ਹੈ, ਕਾਲਾ ਘੜਾ, ਜਿਵੇਂ ਘਰ ਦੀ ਨਜ਼ਰ ਨੂੰ ਉਹ ਆਪਣੇ ਤੇ ਲੈ ਲੈਂਦਾ, ਨਜ਼ਰ ਨਹੀਂ ਲੱਗਣ ਦਿੰਦਾ। ਤੁਹਾਡੀ ਸੰਗਤ ਨੂੰ ਨਜ਼ਰ ਮੈਂ ਨਹੀਂ ਲੱਗਣ ਦੇਵਾਂਗਾ। ਮੈਂ ਕਾਲੀ ਹਾਂਡੀ ਬਣ ਕੇ ਨਜ਼ਰ ਉਤਾਰ ਦਿਆਂਗਾ, ਦੂਰ ਕਰ ਦਿਆਂਗਾ। ਤਾਂ ਮੈਂ ਆਪਣੇ ਆਪ ਨੂੰ ਕਾਲਾ ਕਰਕੇ ਆਇਆ ਹਾਂ। ਬੁਰੀ ਨਜ਼ਰ ਮੈਂ ਬਸੇ ਪਹਾੜ। ਤੇ ਮਹਾਰਾਜ ਇਹ ਜਿਹੜੇ ਪਹਾੜੀਏ ਨੇ ਬੜੀ ਬੁਰੀ ਨਜ਼ਰ ਵਾਲੇ ਨੇ, ਜਾਦੂ ਟੂਣਾ ਕਰਨ ਵਾਲੇ ਪਹਾੜੀਏ ਲੋਕ ਨੇ, ਬੜੇ ਭੂਤ ਪ੍ਰੇਤ ਰਹਿੰਦੇ ਪਹਾੜਾਂ ਦੇ ਵਿੱਚ। ਕਿਸੇ ਦੀ ਨਜ਼ਰ ਨਾ ਲੱਗੇ, ਕੋਈ ਜਾਦੂ ਟੂਣਾ ਨਾ ਸੰਗਤ ਤੇ ਕਰ ਸਕੇ। ਤੇ ਮੈਂ ਤਾਂ ਇਹ ਕਾਲਾ ਸਰੀਰ ਬਣਾ ਕੇ ਜਾਦੂ ਟੂਣਿਆਂ ਤੋਂ ਬਚਾਉਣ ਵਾਸਤੇ ਔਰ ਉਹਦੇ ਨਾਲ ਨਾਲ ਆਪ ਜੀ ਦੀ ਸੰਗਤ ਨੂੰ ਨਜ਼ਰ ਤੋਂ ਬਚਾਉਣ ਵਾਸਤੇ ਕਾਲਾ ਸਰੀਰ ਕੀਤਾ ਹੈ। ਸੁਣ ਕਰ ਹਸੇ ਕਿਰਪਾ ਤੇ ਜੋਵਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸੁਣ ਕੇ ਨਾ ਇਹਦੀਆਂ ਗੱਲਾਂ ਤੇ ਹੱਸ ਪੈ, ਕਹਿਣ ਲੱਗੇ ਵਾਹ ਸੁਥਰਿਆ, ਅਸੀਂ ਤੇ ਕਦੇ ਸੋਚਿਆ ਵੀ ਨਹੀਂ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ। ਤੂੰ ਤੇ ਬੜਾ ਇਹ ਡੂੰਘੀ ਸੋਚ ਕੇ ਆਇਆ ਸਾਡੀ ਸੰਗਤ ਦੀ ਨਜ਼ਰ ਉਤਾਰਨ ਵਾਸਤੇ। ਇਹ ਗੱਲ ਸੁਣ ਕੇ ਮਹਾਰਾਜ ਹੱਸ ਪਏ ਹਨ। ਮਮ ਸੰਗਤ ਕੋ ਰੱਖੇ ਕਹੋਵਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਤੇ ਫਿਰ ਸਾਡੀ ਸੰਗਤ ਦੀ ਰਾਖੀ ਕਰਨ ਵਾਲਾ ਬਣ ਗਿਆ ਨਾ।
ਵੈਸੇ ਸੰਗਤ ਦੀ ਰਾਖੀ ਤੇ ਗੁਰਮੁਖੋ ਗੁਰੂ ਹੀ ਕਰਦਾ ਹੈ, ਪਰ ਮਹਾਰਾਜ ਇਹਦੇ ਨਾਲ ਹੱਸਦੇ ਪਏ ਨਾ, ਹਾਸੇ ਦੇ ਬਚਨ ਵਿਲਾਸ ਨੇ ਮਹਾਰਾਜ ਜੀਆਂ ਦੇ। ਕਹਿਣ ਲੱਗੇ ਭਾਈ ਸੁਥਰਾ ਜੀ, ਅੱਜ ਤੇ ਫਿਰ ਤੁਸੀਂ ਸਾਡੀ ਸੰਗਤ ਦੀ ਰਾਖੀ ਕਰਨ ਵਾਲੇ ਬਣ ਗਏ, ਰੱਖਿਅਕ ਬਣ ਗਿਆ, ਵੀ ਸੰਗਤ ਨੂੰ ਨਜ਼ਰ ਨਾ ਲੱਗੇ। ਅਦਕ ਖੁਸ਼ੀ ਸੁਥਰੇ ਪਰ ਕਰੀ। ਮਹਾਰਾਜ ਸਾਹਿਬ ਜੀਆਂ ਨੇ ਇਹ ਗੱਲ ਵੇਖ ਕੇ ਭਾਈ ਸੁਥਰੇ ਦੇ ਉੱਪਰ ਬੜੀਆਂ ਖੁਸ਼ੀਆਂ ਮਹਾਰਾਜ ਨੇ ਬਖਸ਼ੀਆਂ ਹਨ। ਇਹ ਸਮ ਸਿੱਖ ਭਲੀ ਔਰ ਧਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਬਚਨ ਕੀਤਾ, ਇਹ ਮਮ ਸਿੱਖ ਭਲੀ ਔਰ ਧਰੀ, ਇਹ ਚੰਗੀ ਦਿਲ ਵਿੱਚ ਧਾਰੀ ਹੈ। ਭਾਈ ਸੁਥਰੇ ਨੇ ਸਾਡੀ ਸੰਗਤ ਦੀ ਨਜ਼ਰ ਉਤਾਰਨ ਵਾਸਤੇ ਚੰਗਾ ਕਰਮ ਕੀਤਾ ਹੈ। ਸਭ ਪਰ ਬਲੀ ਹੈ ਬਲ ਧਰ ਹੈ। ਪਰ ਮਹਾਰਾਜ ਕਹਿਣ ਲੱਗੇ, ਇਹ ਜਿਹੜਾ ਸਾਡਾ ਖਾਲਸਾ ਪੰਥ ਹੈ ਨਾ ਭਾਈ ਸੁਥਰਿਆ, ਇਹ ਸਭ ਤੋਂ ਵੱਧ ਤਾਕਤ ਵਾਲਾ ਹੈ। ਇਹਨੂੰ ਨਜ਼ਰ ਕਿਸੇ ਦੀ ਨਹੀਂ ਲੱਗੇਗੀ, ਪਰ ਖਾਲਸੇ ਦੀ ਨਜ਼ਰ ਲੋਕਾਂ ਨੂੰ ਜ਼ਰੂਰ ਲੱਗ ਜਾਏ। ਤੈਨੂੰ ਇਹ ਕਾਲਾ ਸਰੀਰ ਕਰਕੇ ਆਉਣ ਦੀ ਲੋੜ ਨਹੀਂ ਸੀ, ਚਲ ਤੂੰ ਕਰ ਆਇਆ, ਤੇਰੀ ਸੇਵਾ ਅਸੀਂ ਪ੍ਰਵਾਨ ਕਰਦੇ। ਪਰ ਗੁਰੂ ਖਾਲਸਾ ਜੀ ਮਹਾਰਾਜ ਕਹਿਣ ਲੱਗੇ, ਖਾਲਸਾ ਹੈ ਹੀ ਪ੍ਰਮਾਤਮਾ ਦੀ ਫੌਜ ਹੈ, ਇਹਨੂੰ ਨਜ਼ਰ ਲੱਗਦੀ ਨਹੀਂ ਹੈ, ਸਭ ਨਜ਼ਰਾਂ ਰਾਹ ਵਿੱਚ ਹੀ ਰਹਿ ਜਾਂਦੀਆਂ। ਇਹ ਇਹਨਾਂ ਨਜ਼ਰਾਂ ਤੋਂ ਪਰੇ ਹੈ ਸਾਡਾ ਖਾਲਸਾ। ਸਾਡੇ ਖਾਲਸੇ ਨੂੰ ਕਿਸੇ ਦੀ ਨਜ਼ਰ ਨਹੀਂ ਲੱਗਦੀ ਹੈ। ਹਿੰਦੂ ਤੁਰਕ ਨ ਸਮਤਾ ਕਰਹਿ। ਸਾਡੇ ਇਸ ਖਾਲਸੇ ਦੇ ਬਰਾਬਰ ਕੋਈ ਵੀ ਨਹੀਂ ਹੋਵੇਗਾ, ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਈਸਾਈ, ਬੋਧੀ, ਜੈਨੀ, ਕੋਈ ਵੀ ਖਾਲਸੇ ਦੇ ਬਰਾਬਰ ਕੋਈ ਨਹੀਂ ਹੈ। ਸਰਬ ਸ੍ਰੇਸ਼ਟ ਸਾਡਾ ਖਾਲਸਾ ਹੀ ਹੈ, ਇਹਦੇ ਬਰਾਬਰ ਨਹੀਂ ਹੈ ਕੋਈ। ਮੈਂ ਇਸ ਕੇ ਟਿਕ ਸਕੈ ਅਗਾਰੀ। ਅਤੇ ਨਾ ਹੀ ਸਾਡੇ ਖਾਲਸੇ ਦੇ ਸਾਹਮਣੇ ਕੋਈ ਟਿਕ ਸਕੇਗਾ। ਕੋਈ ਕਾਲੀ ਨਜ਼ਰ ਵਾਲਾ, ਕੋਈ ਗੋਰੀ ਨਜ਼ਰ ਵਾਲਾ, ਕੋਈ ਮਾੜਾ ਸੋਚਣ ਵਾਲਾ, ਕੋਈ ਮਾੜਾ ਕਰਨ ਵਾਲਾ ਖਾਲਸੇ ਦੇ ਸਾਹਮਣੇ ਟਿਕ ਨਹੀਂ ਸਕੇਗਾ। ਇਹ ਨਜ਼ਰਾਂ ਤੋਂ ਵੀ ਪਰੇ ਹੈ, ਅਤੇ ਇਸੇ ਤਰ੍ਹਾਂ ਇਹ ਜਾਦੂ ਟੂਣਿਆਂ ਤੇ ਤਵੀਤਾਂ ਤੋਂ ਵੀ ਪਰੇ ਹੈ। ਸਾਡੇ ਖਾਲਸੇ ਦੇ ਸਾਹਮਣੇ ਕੋਈ ਨਹੀਂ ਟਿਕੇਗਾ, ਨਾ ਹੀ ਇਹਨੂੰ ਕਿਸੇ ਦੀ ਨਜ਼ਰ ਲੱਗੇਗੀ। ਐਸੀ ਦਾਤ ਅਸੀਂ ਆਪਣੇ ਖਾਲਸੇ ਨੂੰ ਬਖਸ਼ਦੇ ਹਾਂ। ਸਭ ਪਰ ਠਹਿਰਾਵੇਂ ਨਿਜਕਾਰੀ। ਇਹ ਸਾਡਾ ਜਿਹੜਾ ਖਾਲਸਾ ਹੈ, ਇਹ ਸਾਰਿਆਂ ਦੇ ਉੱਪਰ ਆਪਣਾ ਹੁਕਮ ਚਲਾਏਗਾ। ਇਹਦਾ ਹੁਕਮ ਸਾਰੇ ਹੀ ਮੰਨਣਗੇ। ਸਾਡੇ ਖਾਲਸੇ ਦਾ ਹੁਕਮ ਸਾਰੀ ਅਵਨੀ ਤੇ ਸ੍ਰਿਸ਼ਟੀ ਤੇ ਫਿਰਨਾ ਹੈ। ਜੋ ਜਾਚਿਓ ਸੁਥਰੇ ਕੋ ਦਿਓ। ਤੇ ਭਾਈ ਸੁਥਰੇ ਦਾ ਇਹ ਕੰਮ ਵੇਖ ਕੇ ਨਾ ਮਹਾਰਾਜ ਜੀਆਂ ਨੇ ਤੇ ਆਖਿਆ, ਕਹਿਣ ਲੱਗੇ, ਮੰਗ ਸੁਥਰਿਆ ਕੀ ਚਾਹੀਦਾ? ਫਿਰ ਵੀ ਤੂੰ ਆਪਣਾ ਸਰੀਰ ਕਾਲਾ ਕਰਕੇ ਆਇਆ, ਤੇਰੀ ਜੋ ਸੋਚ ਹੈ ਉਹਦੇ ਮੁਤਾਬਕ ਤੂੰ ਚੰਗਾ ਕੰਮ ਹੀ ਕੀਤਾ ਹੈ, ਮੰਗ ਤੈਨੂੰ ਕੀ ਚਾਹੀਦਾ, ਅਸੀਂ ਖੁਸ਼ ਹੋਏ ਹਾਂ। ਤਾਂ ਭਾਈ ਸੁਥਰੇ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਮੈਨੂੰ ਤੁਹਾਡੀ ਖੁਸ਼ੀ ਚਾਹੀਦੀ ਹੈ, ਮੈਨੂੰ ਤੁਹਾਡੀ ਪ੍ਰਸੰਨਤਾ ਚਾਹੀਦੀ ਹੈ, ਇਹਦੇ ਤੋਂ ਬਿਨਾ ਮੈਨੂੰ ਕੁਝ ਨਹੀਂ ਚਾਹੀਦਾ। ਭਾਈ ਸੁਥਰੇ ਨੇ ਮਹਾਰਾਜ ਦੀ ਪ੍ਰਸੰਨਤਾ ਤੇ ਖੁਸ਼ੀ ਮੰਗੀ ਹੈ। ਸਤਿਗੁਰਾਂ ਨੇ ਉਸੇ ਵੇਲੇ ਖੁਸ਼ੀ ਦੇ ਨਾਲ ਨਿਹਾਲ ਕੀਤਾ ਹੈ। ਸਿਰੇ ਪਾਉ ਪੁਨ ਹੋਵਤ ਭਇਓ। ਅਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਭਾਈ ਸੁਥਰਾ ਜੀਆਂ ਨੂੰ ਉਸ ਵੇਲੇ ਸਿਰੋਂ ਪਾਉ ਦੀ ਦਾਤ ਬਖਸ਼ਿਸ਼ ਜਿਹੜੀ ਹੈ ਉਹ ਮਹਾਰਾਜ ਸਾਹਿਬ ਜੀਆਂ ਨੇ ਕੀਤੀ ਹੈ। ਅਦਭੁਤ ਹੋਰੀ ਸਤਿਗੁਰ ਕਰੀ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਇਹ ਕੌਤਕ ਕਰਦੇ ਪਏ। ਭਾਈ ਸੁਥਰੇ ਨੂੰ ਮਹਾਰਾਜ ਨੇ ਨਜ਼ਰੋਂ ਨਜ਼ਰੀ ਨਿਹਾਲ ਕੀਤਾ। ਅੱਗੇ ਮਹਾਰਾਜ ਹੋਰ ਕਿਵੇਂ ਕਿਰਪਾ ਕਰਨਗੇ, ਨਵੀਆਂ ਨਵੀਆਂ ਸਾਖੀਆਂ ਹੁਣ ਆਪਾਂ ਨੂੰ ਅੱਗੇ ਇਤਿਹਾਸ ਵਿੱਚ ਸੁਣਨ ਵਾਸਤੇ ਮਿਲਣਗੀਆਂ। ਮਹਾਰਾਜ ਰੋਜ਼ ਨਵਾਂ ਕੌਤਕ ਕਰਦੇ। ਕੱਲ ਨੂੰ ਕੀ ਸਾਖੀ ਆਵੇਗੀ, ਕਿਸ ਤਰ੍ਹਾਂ ਦਾ ਕੌਤਕ ਰਚਾਉਂਦੇ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਮਹਾਰਾਜ ਕਿਰਪਾ ਕਰਨ। ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।